सत श्री अकाल प्यारे विद्यार्थियों अज असी व्याकरण भाग विचों मुहावरे तुहाडे नाल साझे करने हन अते समझने हन। सो जिहड़े बेटा मुहावरे हुंदे हन ये वो लोक सच्चाइयां हुंदियां हन जिन्हां नूं साडे पुरखियां ने, साडे बजुर्गां ने, साडे समझदार व्यक्तियां ने, साडे समाज ने अपनाया हुंदा है ते अपनी भाषा दे विच, अपनी बोल चाल दे विच वरतिया हुंदा है। जो मुहावरे हुंदे हन बेटा उहदे विच असीं जदों किसी नूं कोई वड्डी गल घੱਟ शब्दां दे विच आखणी होवे तां उत्थे असीं मुहावरिਆਂ ਦੀ ਵਰਤੋਂ ਕਰਦੇ ਹਾਂ। ਜਦੋਂ ਅਸੀਂ ਆਪਣੀ ਬੋਲੀ ਨੂੰ, ਆਪਣੀ ਭਾਸ਼ਾ ਨੂੰ ਸ਼ਿੰਗਾਰ ਕੇ, ਸੁਧਾਰ ਕੇ ਤੇ ਸਪਸ਼ਟਤਾ ਦੇ ਨਾਲ ਸਮਝਾਉਣਾ ਹੋਵੇ ਉੱਥੇ ਅਸੀਂ ਮੁਹਾਵਰਿਆਂ ਦੀ ਵਰਤੋਂ ਕਰਦੇ ਹਾਂ। ਸੋ ਜਿਹੜੇ ਮੁਹਾਵਰੇ ਨੇ ਬੇਟਾ, ਜਿਵੇਂ ਅਸੀਂ ਕਹਿੰਦੇ ਕਿ ਇੱਕ ਔਰਤ ਨੂੰ ਸਜਾਉਣ ਲਈ, ਉਹਦੀ ਖੂਬਸੂਰਤੀ ਵਧਾਉਣ ਲਈ ਉਹਨੂੰ ਆਰ ਸ਼ਿੰਗਾਰ ਜਾਂ ਉਹਦੇ ਗਹਿਣੇ ਉਹਨੂੰ ਪਹਿਨਾਏ ਜਾਂਦੇ ਹਨ। ਸੋ ਬੇਟਾ ਉਸੇ ਤਰ੍ਹਾਂ ਹੀ ਜਿਹੜੇ ਮੁਹਾਵਰੇ ਨੇ ਉਹ ਪੰਜਾਬੀ ਮਾਤ ਭਾਸ਼ਾ ਦਾ ਹਾਰ ਸ਼ਿੰਗਾਰ ਕਰਦੇ ਹਨ, ਸਾਡੀ ਪੰਜਾਬੀ ਮਾਂ ਬੋਲੀ ਨੂੰ ਸ਼ਿੰਗਾਰਦੇ ਹਨ। ਸੋ ਆਓ ਆਪਾਂ ਛੋਟੀ ਜਿਹੀ ਇੰਟਰੋਡਕਸ਼ਨ ਤੋਂ ਬਾਅਦ ਮੁਹਾਵਰੇ ਸ਼ੁਰੂ ਕਰਦੇ ਹਾਂ, ਪੜ੍ਹਦੇ ਹਾਂ। ਮੁਹਾਵਰੇ ਸ਼ਬਦਾਂ ਦੇ ਉਸ ਇਕੱਠ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਦੇ ਸ਼ਬਦੀ ਅਰਥ ਹੋਣ, ਅਰਥ ਹੋਰ ਹੋਣ ਅਤੇ ਭਾਵ ਅਰਥ ਹੋਰ ਹੋਣ। ਮਤਲਬ ਬੇਟਾ ਕਹਿਣ ਤੋਂ ਭਾਵ ਵੀ ਜਦੋਂ ਅਸੀਂ ਉਚਾਰਨ ਕਰਦੇ ਹਾਂ, ਉਚਾਰਨ ਦੇ ਸਮੇਂ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਉਹਦੇ ਅਰਥ ਹੋਰ ਨਿਕਲਦੇ ਨੇ, ਅਤੇ ਜਦੋਂ ਅਸੀਂ ਉਸ ਦਾ ਭਾਵ ਸਮਝਣਾ ਹੋਵੇ ਵੀ ਇਹ ਜਿਹੜੀ ਗੱਲ ਤੁਹਾਨੂੰ ਕਹੀ ਗਈ ਹੈ ਇਹਦੇ ਭਾਵ ਕੀ ਆ, ਭਾਵ ਦਾ ਹੋਰ ਹੋਵੇ। ਜਿਵੇਂ ਕਿ ਅਸੀਂ ਕਹਿੰਦੇ ਉਸਤਾਦੀ ਕਰਨੀ ਦਾ ਅਰਥ ਹੋਰ ਹੈ। ਜਦੋਂ ਅਸੀਂ ਇਹਦੇ ਅਰਥ ਸਮਝਦੇ ਹਾਂ, ਇਹਦੇ ਭਾਵ ਅਰਥ ਸਮਝਦੇ ਹਾਂ, ਉਹਦਾ ਭਾਵ ਹੁੰਦਾ ਕਿ ਚਲਾਕੀ ਕਰਨੀ। ਜਦੋਂ ਅਸੀਂ ਚਲਾਕੀ ਕਰਨੀ ਦੇ ਸੰਬੰਧ ਦੇ ਵਿੱਚ ਕੋਈ ਗੱਲ ਵਿਚਾਰਦੇ ਹਾਂ ਤਾਂ ਉਸ ਤੋਂ ਬਾਅਦ ਜਿਹੜੀ ਅਸੀਂ ਅੱਗੇ ਗੱਲ ਬਣਾਉਂਦੇ ਹਾਂ ਉਹ ਮੁਹਾਵਰੇ ਦਾ ਮੁੱਢ ਹੁੰਦੀ ਆ, ਉਸ ਮੁਹਾਵਰੇ ਦਾ ਐਕਸਪਲੇਨੇਸ਼ਨ ਹੁੰਦੀ ਆ, ਉਸ ਮੁਹਾਵਰੇ ਦਾ ਵਿਸਤਾਰ ਹੁੰਦੀ ਹੈ ਜਿਹੜੀ ਗੱਲ ਅਸੀਂ ਭਾਵ ਅਰਥਾਂ ਤੋਂ ਬਾਅਦ ਲਿਖਦੇ ਹਾਂ। ਸੋ ਜਿਹੜਾ ਬੇਟਾ ਮੁਹਾਵਰਾ ਜਿਹਨੂੰ ਅਸੀਂ ਮੋਟੇ ਜਿਹੇ ਸ਼ਬਦਾਂ 'ਚ ਕਹੀਏ, ਇਹ 3 ਭਾਗਾਂ ਦੇ ਵਿੱਚ ਆਉਂਦਾ। ਪਹਿਲਾਂ ਅਸੀਂ ਸੈਂਟੈਂਸ ਬੋਲਦੇ ਹਾਂ, ਫਿਰ ਉਸ ਤੋਂ ਬਾਅਦ ਜਿਹੜਾ ਉਹਦਾ ਅਰਥ ਸਮਝਾਇਆ ਜਾਂਦਾ, ਅਰਥ ਤੋਂ ਬਾਅਦ ਉਸ ਅਰਥ ਦੇ ਆਧਾਰ 'ਤੇ ਵਾਕ ਬਣਾਇਆ ਜਾਂਦਾ। ਸੋ ਜਿਵੇਂ ਵੀ ਤੁਹਾਨੂੰ ਸਿਲੇਬਸ ਦੇ ਵਿੱਚ ਆਉਂਦਾ ਕਿ ਮੁਹਾਵਰਾ ਬਣਾਓ, ਸਭ ਤੋਂ ਪਹਿਲਾਂ ਤੁਹਾਨੂੰ ਇੱਕ ਸੈਂਟੈਂਸ ਦਿੱਤਾ ਜਾਊਗਾ, ਫਿਰ ਬ੍ਰੈਕਟ ਪਾ ਕੇ ਉਹਦਾ ਅਰਥ ਪੁੱਛਿਆ ਜਾਊਗਾ ਕਿ ਇਹ ਜੋ ਅਸੀਂ ਉਚਾਰਨ ਕੀਤਾ ਗਿਆ ਵਾਕ ਹੈ ਇਹਦਾ ਅਰਥ ਕੀ ਆ। ਅਰਥ ਤੋਂ ਬਾਅਦ ਬੇਟਾ ਉਹ ਵਾਕ ਨਾਲ ਸੰਬੰਧਿਤ ਜੋ ਤੁਸੀਂ ਅੱਗੇ ਇੱਕ ਹੋਰ ਵਿਸਤਾਰਪੂਰਵਕ ਵਾਕ ਬਣਾਉਣਾ, ਉਹ ਬਣਨ ਤੋਂ ਬਾਅਦ ਜਿਹੜਾ ਤੁਹਾਡਾ ਮੁਹਾਵਰਾ ਉਹ ਕੰਪਲੀਟ ਹੁੰਦਾ। ਮੁਹਾਵਰੇ ਕਿਸੇ ਭਾਸ਼ਾ ਦੀ ਸੂਖਮਤਾ ਨੂੰ ਪ੍ਰਗਟ ਕਰਦੇ ਹਨ ਕਿ ਕੋਈ ਭਾਸ਼ਾ ਕਿੰਨੀ ਬਰੀਕੀ ਦੇ ਵਿੱਚ ਅਸਰ ਕਰਦੀ ਆ। ਇਹ ਚੀਜ਼ ਦਾ ਭਾਵ ਉਸ ਭਾਸ਼ਾ ਦੇ ਨਾਲ ਸੰਬੰਧਿਤ ਜਿਹੜੇ ਮੁਹਾਵਰੇ ਨੇ, ਜਿਹੜੇ ਲੋਕਾਂ ਦੇ ਮੂੰਹ 'ਚੋਂ ਵਰੇ ਹੋਏ ਸ਼ਬਦ ਹੁੰਦੇ ਨੇ, ਉਹ ਉਸ ਭਾਸ਼ਾ ਦੀ ਸੂਖਮਤਾ ਨੂੰ ਦੱਸਦੇ ਨੇ, ਉਸ ਭਾਸ਼ਾ ਦੀ ਅਮੀਰੀ ਨੂੰ ਦੱਸਦੇ ਨੇ। ਮੁਹਾਵਰੇ ਕਿਸੇ ਬੋਲੀ ਦੀ ਸਮਰੱਥਾ ਹੁੰਦੇ ਹਨ। ਜਿਵੇਂ ਕਿ ਬੇਟਾ ਪੰਜਾਬੀ ਮਾਂ ਬੋਲੀ ਜਦੋਂ ਅਸੀਂ ਬੋਲਦੇ ਹਾਂ, ਜਿਹੜੇ ਵਾਕ ਵਟਾਂਦਰੇ ਦੇ ਸਾਡੇ ਵਿਚਾਰ ਹੁੰਦੇ ਨੇ, ਇੱਕ ਦੂਜੇ ਨੂੰ ਸੰਬੋਧਨ ਕਰਨ ਵਾਲੀਆਂ ਸਾਡੀਆਂ ਗੱਲਾਂ ਹੁੰਦੀਆਂ ਨੇ, ਉਹ ਗੱਲਾਂ ਹੀ ਮੁਹਾਵਰੇ ਹੁੰਦੀਆਂ ਨੇ ਅਤੇ ਇਹ ਗੱਲਾਂ ਹੀ ਉਸ ਬੋਲੀ ਦੀ ਸਮਰੱਥਾ ਹੁੰਦੀਆਂ ਹਨ। ਇਹਨਾਂ ਦਾ ਇੱਕ ਸਰੂਪ ਲੋਕ ਅਖਾਣਾ ਜਾਂ ਕਹਾਵਤਾਂ ਹੈ। ਜੋ ਅਸੀਂ ਬੋਲੀ ਬੋਲਦੇ ਹਾਂ ਬੇਟਾ, ਜਿਹੜੀਆਂ ਲੋਕਾਂ ਨੇ ਆਖੀਆਂ ਹੋਈਆਂ ਗੱਲਾਂ ਨੇ ਉਹਨੂੰ ਅਖਾਣਾ ਕਹਿੰਦੇ ਹਾਂ, ਜਿਹੜੀਆਂ ਲਗਭਗ ਸੱਚ ਹੀ ਹੁੰਦੀਆਂ ਨੇ। 99% ਉਹ ਲੋਕ ਸੱਚਾਈਆਂ ਲੋਕਾਂ ਨੇ ਉਹਨਾਂ ਨੂੰ ਵਿਚਾਰਿਆ, ਪਰਖਿਆ ਅਤੇ ਅਜਮਾਇਆ ਹੁੰਦਾ। ਮੁਹਾਵਰੇ ਅਤੇ ਅਖਾਣ ਕਿਸੇ ਵੀ ਕੌਮ ਦੇ ਸੱਭਿਆਚਾਰਕ ਵਿਰਸੇ ਨੂੰ ਇਸ ਤਰ੍ਹਾਂ ਸੂਤਰਿਕ ਢੰਗ ਨਾਲ ਸੰਭਾਲ ਕੇ ਰੱਖਦੇ ਹਨ ਜਿਵੇਂ ਕੁੱਜੇ ਵਿੱਚ ਸਮੁੰਦਰ ਬੰਦ ਕੀਤਾ ਹੋਵੇ। ਸੋ ਬੇਟਾ ਇਹਦੇ ਵਿੱਚ ਇਹ ਗੱਲ ਸਮਝਾਈ ਗਈ ਆ ਕਿ ਜਿਹੜੀਆਂ ਅਖਾਣਾਂ ਅਤੇ ਮੁਹਾਵਰੇ ਹੁੰਦੇ ਨੇ ਬੇਟਾ, ਇਹ ਕਹਿ ਲਓ ਕਿ ਕੁੱਜੇ ਵਿੱਚ ਸਮੁੰਦਰ ਬੰਦ ਕੀਤਾ ਹੁੰਦਾ। ਜਦੋਂ ਤੁਸੀਂ ਬਹੁਤ ਸਾਰੀਆਂ ਗੱਲਾਂ ਸਮਝਾਉਣੀਆਂ ਹੋਣ ਤਾਂ ਅਸੀਂ ਉੱਥੇ ਲੋਕ ਅਖਾਣਾਂ ਅਤੇ ਲੋਕ ਮੁਹਾਵਰਿਆਂ ਦੀ ਵਰਤੋਂ ਕਰਕੇ ਆਪਣਾ ਜਿਹੜਾ ਕੀਮਤੀ ਸਮਾਂ ਉਹਨੂੰ ਬਚਾ ਲੈਂਦੇ ਹਾਂ, ਅਤੇ ਜਿਹੜੀ ਤੁਹਾਡੀ ਨੌਲੇਜ ਭਰਪੂਰ, ਗਿਆਨ ਭਰਪੂਰ ਗੱਲ ਆ ਉਹ ਅਸੀਂ ਲੋਕਾਂ ਦੇ ਵਿੱਚ ਉਹਨੂੰ ਸ਼ੇਅਰ ਕਰ ਸਕਦੇ ਹਾਂ, ਉਹਦਾ ਪ੍ਰਚਾਰ ਕਰ ਸਕਦੇ ਹਾਂ।
ਸੋ ਜਿਹੜੇ ਮੁਹਾਵਰੇ ਨੇ ਬੇਟਾ ਉਹ ਗਿਆਨ ਨੂੰ ਲਾ ਲਓ, ਲੋਕ ਵਿਰਸੇ ਨੂੰ, ਸਾਡੀ ਵਿਰਾਸਤ ਨੂੰ, ਕੁਝ ਇਹਦੇ ਵਿੱਚ ਸਮੁੰਦਰ ਨੂੰ ਬੰਦ ਕਰਨ ਦੇ ਸਮਾਨ ਹੁੰਦੇ ਨੇ ਜਿਹੜੇ ਮੁਹਾਵਰੇ ਹੁੰਦੇ ਨੇ। ਬੱਚਿਆਂ ਦੇ ਗਿਆਨ ਦੇ ਪੱਧਰ ਨੂੰ ਦੇਖਦੇ ਹੋਏ ਹੇਠਾਂ ਕੁਝ ਚੋਣਵੇਂ ਮੁਹਾਵਰੇ ਅਤੇ ਅਖਾਣ ਅੰਕਿਤ ਕੀਤੇ ਗਏ ਹਨ। ਵਿਦਿਆਰਥੀ ਇਹਨਾਂ ਨੂੰ ਪੜ੍ਹਨ, ਸਮਝਣ ਅਤੇ ਇਹਨਾਂ ਦੀ ਯੋਗ ਵਰਤੋਂ ਕਰਨੀ ਸਿੱਖਣ। ਸੋ ਆਓ ਬੇਟਾ ਪੜ੍ਹਦੇ ਹਾਂ ਮੁਹਾਵਰੇ। ਉਸਤਾਦੀ ਕਰਨੀ, ਇਸ ਦਾ ਮਤਲਬ ਹੁੰਦਾ ਚਲਾਕੀ ਕਰਨੀ। ਅਸੀਂ ਵਾਕ ਕਿੱਦਾਂ ਬਣਾਵਾਂਗੇ ਕਿ ਸਾਨੂੰ ਕਦੇ ਵੀ ਸਾਊ ਲੋਕਾਂ ਨਾਲ ਉਸਤਾਦੀ ਨਹੀਂ ਕਰਨੀ ਚਾਹੀਦੀ, ਭੋਲੇ ਭਾਲੇ ਲੋਕਾਂ ਨਾਲ ਸਾਨੂੰ ਚਲਾਕੀ ਨਹੀਂ ਕਰਨੀ ਚਾਹੀਦੀ, ਜਾਂ ਉਸਤਾਦੀ ਕਰਕੇ ਆਪਣੇ ਕੰਮ ਕਢਾਉਣੇ ਮਾੜੀ ਗੱਲ ਹੈ। ਕਿਸੇ ਲੋਕਾਂ ਨੂੰ ਮੂਰਖ ਬਣਾ ਕੇ ਆਪਣਾ ਕੰਮ ਕਢਵਾ ਲੈਣਾ ਕਹਿੰਦੇ ਮਾੜੀ ਗੱਲ ਹੈ। ਸੋ ਜਿਹੜਾ ਇਸ ਤਰ੍ਹਾਂ ਅਸੀਂ ਵਾਕ ਬਣਾਉਣਾ ਮੁਹਾਵਰਿਆਂ ਦੇ ਨਾਲ। 2 ਨੰਬਰ ਹੈ ਬੇਟਾ ਉੱਲੂ ਬੋਲਣੇ। ਇਹਦਾ ਅਰਥ ਕੀ ਹੈ? ਸੁੰਨਸਾਨ ਹੋਣਾ ਜਾਂ ਉਜਾੜ ਹੋਣਾ। ਵਿਦੇਸ਼ਾਂ ਵਿੱਚ ਗਏ ਲੋਕਾਂ ਦੇ ਘਰਾਂ ਵਿੱਚ ਉੱਲੂ ਬੋਲਦੇ ਹਨ। ਇਹ ਬੇਟਾ ਵਾਕ ਬਣਦਾ। ਪਹਿਲਾਂ ਅਸੀਂ ਸੈਂਟੈਂਸ ਪੜ੍ਹਨਾ, ਫਿਰ ਉਹਦਾ ਅਰਥ ਦੱਸਣਾ, ਫਿਰ ਜੋ ਉਹਦਾ ਅਰਥ ਆ ਬੇਟਾ ਉਹ ਅਰਥ ਦੇ ਆਧਾਰ 'ਤੇ ਅਸੀਂ ਵਿਸਤਾਰਪੂਰਵਕ ਇੱਕ ਵਾਕ ਲਿਖਣਾ। ਅਤੇ ਫਿਰ ਬੇਟਾ ਜਦੋਂ ਅਸੀਂ ਨਾ ਬੋਲਦੇ ਹਾਂ ਕਿ ਉੱਲੂ ਬੋਲਣੇ, ਜੇ ਸਾਨੂੰ ਇਹਦਾ ਅਰਥ ਪਤਾ ਅਤੇ ਇਹਦੇ ਅਰਥ ਨਾਲ ਸੰਬੰਧਿਤ ਸਾਨੂੰ ਵਾਕ ਬਣਾਉਣਾ ਆਉਂਦਾ ਤਾਂ ਬੇਟਾ ਅਸੀਂ ਵੱਡੀ ਸਾਰੀ ਗੱਲ ਨੂੰ, ਜਿਵੇਂ ਅਸੀਂ ਕੀ ਹੈ ਨਾ ਵੀ ਸੁੰਨਸਾਨ ਹੋਣਾ, ਉਜਾੜ ਹੋਣਾ, ਵਿਦੇਸ਼ਾਂ ਵਿੱਚ ਗਏ ਲੋਕਾਂ ਦੇ ਘਰਾਂ ਵਿੱਚ ਉੱਲੂ ਬੋਲਦੇ ਹਨ, ਇਹ ਪੂਰਾ ਵਿਸਤਾਰਪੂਰਵਕ ਵਾਕ ਆ। ਮਤਲਬ ਇਹ ਸਮੁੰਦਰ ਹੈ, ਇਹਨੂੰ ਕੁੱਜੇ 'ਚ ਕਿਵੇਂ ਬੰਦ ਕਰਾਂਗੇ? ਜਦੋਂ ਕਿਸੇ ਸਿਆਣੇ ਬੰਦੇ ਨੇ ਕਹਿਤਾ ਕਿ ਭਾਈ ਹੁਣ ਤਾਂ ਬਹੁਤੇ ਪਿੰਡਾਂ 'ਚ ਉੱਲੂ ਬੋਲਦੇ ਨੇ, ਲੋਕ ਬਾਹਰ ਬੈਠੇ ਨੇ, ਅਤੇ ਅਸੀਂ ਉਹੀ ਸਾਰੀ ਵੱਡੇ ਸਾਰੇ ਇਹ ਸੈਂਟੈਂਸ ਨੂੰ ਸਿਰਫ ਉੱਲੂ ਬੋਲਣੇ ਨਾਲ ਹੀ ਸਮਝ ਜਾਵਾਂਗੇ ਕਿ ਭਾਈ ਉੱਲੂ ਬੋਲਣ ਦਾ ਮਤਲਬ ਤਾਂ ਇਹ ਹੁੰਦਾ ਕਿ ਉਜਾੜ ਹੋਣਾ, ਵੀ ਜਿਹੜੇ ਲੋਕ ਹੁਣ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਅੱਜ ਕੱਲ੍ਹ ਉਹਨਾਂ ਦੇ ਘਰਾਂ 'ਚ ਉੱਲੂ ਬੋਲਦੇ ਨੇ, ਵੀ ਉੱਥੇ ਉਜਾੜ ਪਿਆ। ਸੋ ਬੇਟਾ ਜਿਹੜੇ ਸਾਡੇ ਸਿਆਣੇ ਲੋਕ ਨੇ ਜਿਹੜੇ ਇਹਨਾਂ ਅਖਾਣਿਆਂ ਜਾਂ ਮੁਹਾਵਰਿਆਂ ਦੀ ਵਰਤੋਂ ਕਰਦੇ ਨੇ, ਉਹ ਬੇਟਾ ਵੱਡੀ ਸਾਰੀ ਗੱਲ ਨੂੰ ਛੋਟੇ ਜਿਹੇ ਸ਼ਬਦਾਂ ਦੇ ਵਿੱਚ ਪੇਸ਼ ਕਰਦੇ ਨੇ। ਸੋ ਬੇਟਾ ਇਹ ਪੰਜਾਬੀ ਭਾਸ਼ਾ ਦੀ ਅਮੀਰੀ ਪ੍ਰਗਟ ਕਰਨ ਵਾਲੇ ਹੁੰਦੇ ਨੇ ਜਿਹੜੇ ਸਾਡੇ ਮੁਹਾਵਰੇ ਹੁੰਦੇ ਨੇ। ਅੱਗੇ ਹੈਗਾ ਬੇਟਾ ਵਾਕ ਉਂਗਲਾਂ 'ਤੇ ਨਚਾਉਣਾ। ਹੁਣ ਇਹ ਜਦੋਂ ਅਸੀਂ ਬੋਲਦੇ ਹਾਂ ਬੇਟਾ ਇਹਦੇ ਅਰਥ ਹੋਰ ਨੇ, ਜਦੋਂ ਇਹਦਾ ਅਸੀਂ ਪੂਰਾ ਅਰਥ ਸਮਝਦੇ ਹਾਂ, ਫਿਰ ਵਾਕ ਬਣਾਉਣੇ ਆ, ਫਿਰ ਸਾਰੀ ਗੱਲ ਸਾਡੇ ਦਿਮਾਗ ਦੇ ਵਿੱਚ, ਸਾਡੇ ਜ਼ਿਹਨ ਦੇ ਵਿੱਚ ਆਉਂਦੀ ਹੈ। ਜਿਵੇਂ ਉਂਗਲਾਂ 'ਤੇ ਨਚਾਉਣਾ, ਇਹਦਾ ਅਰਥ ਕੀ ਹੋਇਆ? ਕਿਸੇ ਨੂੰ ਵੱਸ ਵਿੱਚ ਰੱਖਣਾ। ਹੁਣ ਇਹਦਾ ਅਰਥ ਆ ਜਿਹੜਾ ਇਹ ਵਾਕ ਹੋਰ ਆ, ਇਹਦਾ ਅਰਥ ਹੋਰ ਆ, ਅਤੇ ਅੱਗੇ ਪੂਰਾ ਸੈਂਟੈਂਸ ਹੋਰ ਬਣੂਗਾ। ਜਿਹੜਾ ਪੂਰਾ ਸੈਂਟੈਂਸ ਆ ਪੁੱਤ ਉਹਦੇ ਅਰਥ ਦੇ ਆਧਾਰ 'ਤੇ ਬਣਦਾ। ਜਿਵੇਂ ਉਂਗਲਾਂ 'ਤੇ ਨਚਾਉਣਾ, ਕਿਸੇ ਨੂੰ ਵੱਸ ਵਿੱਚ ਰੱਖਣਾ। ਸੁਲਤਾਨਾ ਸਭ ਨੂੰ ਆਪਣੀਆਂ ਉਂਗਲਾਂ 'ਤੇ ਨਚਾਉਣਾ ਜਾਣਦੀ ਹੈ। ਜਾਂ ਤੁਹਾਡੇ ਪਿੰਡ ਦਾ ਜਿਹੜਾ ਕੋਈ ਚੁਸਤ ਚਲਾਕ ਬੰਦਾ ਹੋਵੇ, ਅਸੀਂ ਕਹੀਏ ਕਿ ਭਾਈ ਰਾਮ ਸਿੰਘ ਦੀ ਕੌਣ ਰੀਸ ਕਰ ਲੂ, ਉਹ ਤਾਂ ਸਭ ਨੂੰ ਉਂਗਲਾਂ 'ਤੇ ਨਚਾਉਂਦਾ, ਵੀ ਸਭ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ। ਸੋ ਅੱਗੇ ਹੈਗਾ ਬੇਟਾ 4 ਨੰਬਰ ਉੱਚਾ ਨੀਵਾਂ ਬੋਲਣਾ। ਹੁਣ ਜੇ ਅਸੀਂ ਇਹਨੂੰ ਇੱਦਾਂ ਸੋਚੀਏ ਕਿ ਉੱਚਾ ਨੀਵਾਂ ਬੋਲਣਾ, ਇਹਦਾ ਮਤਲਬ ਉੱਚਾ ਅਤੇ ਨੀਵਾਂ। ਜਦੋਂ ਬੇਟਾ ਅਸੀਂ ਇਹਦਾ ਅਰਥ ਜਾਣਦੇ ਹਾਂ, ਫਿਰ ਇਹਦਾ ਵਾਕ ਬਣਦਾ, ਫਿਰ ਇਹਦੇ ਸਾਰੇ ਜਿਹੜੇ ਤੁਹਾਨੂੰ ਭਾਵ ਅਰਥ ਸਮਝ ਲੱਗਦੇ ਨੇ। ਉੱਚਾ ਨੀਵਾਂ ਬੋਲਣਾ ਤੋਂ ਭਾਵ ਬੇਟਾ ਹੁੰਦਾ ਨਿਰਾਦਰ ਕਰਨਾ, ਕਿਸੇ ਦੀ ਬੇਇੱਜ਼ਤੀ ਕਰਨੀ। ਸਿਆਣੇ ਬੱਚੇ ਆਪਣੇ ਤੋਂ ਵੱਡਿਆਂ ਸਾਹਮਣੇ ਕਦੇ ਵੀ ਉੱਚਾ ਨੀਵਾਂ ਨਹੀਂ ਬੋਲਦੇ। ਸਾਡੇ ਮਾਤਾ ਪਿਤਾ, ਸਾਡੇ ਭੈਣ ਭਰਾ ਸਾਨੂੰ ਇਹੀ ਸਿੱਖਿਆ ਦਿੰਦੇ ਨੇ ਕਿ ਸਾਨੂੰ ਕਿਸੇ ਦਾ ਵੀ ਨਿਰਾਦਰ ਨਹੀਂ ਕਰਨਾ ਚਾਹੀਦਾ, ਸਾਨੂੰ ਕਿਸੇ ਨੂੰ ਵੀ ਉੱਚਾ ਨੀਵਾਂ ਨਹੀਂ ਬੋਲਣਾ ਚਾਹੀਦਾ। ਇਹ ਬੇਟਾ ਅੱਗੇ ਵਾਕ ਬਣਦਾ। ਸੋ ਅੱਗੇ ਹੈਗਾ ਜੀ ਉੱਲੂ ਸਿੱਧਾ ਕਰਨਾ। 5 ਨੰਬਰ ਮੁਹਾਵਰਾ। ਇਹਦਾ ਮਤਲਬ ਹੁੰਦਾ ਮਤਲਬ ਕੱਢਣਾ। ਇਹਦਾ ਅਰਥ ਕੀ ਹੁੰਦਾ? ਉੱਲੂ ਸਿੱਧਾ ਕਰਨ ਤੋਂ ਭਾਵ ਮਤਲਬ ਕੱਢਣਾ। ਸਵਾਰਥੀ ਲੋਕ ਆਪਣਾ ਉੱਲੂ ਸਿੱਧਾ ਕਰਕੇ ਤੁਰਦੇ ਬਣਦੇ ਹਨ। ਸੋ ਬੇਟਾ ਜਿਹੜੇ ਲੋਕ ਨਾ ਮਤਲਬ ਸੈਲਫਿਸ਼ ਹੁੰਦੇ ਨੇ, ਉਹ ਆਪਣਾ ਕੰਮ ਕਰਾ ਕੇ ਲੋਕਾਂ ਨੂੰ ਕਹਿੰਦੇ ਨੇ ਚਲੋ ਵੀ ਆਪਣਾ ਕੰਮ ਨਿਬੜ ਗਿਆ, ਆਪਾਂ ਕਿਸੇ ਤੋਂ ਕੀ ਲੈਣਾ। ਹੁਣ ਇਹਦਾ ਵਾਕ ਬਣਾਵਾਂਗੇ ਸਵਾਰਥੀ। ਸਵਾਰਥੀ ਹੁੰਦੇ ਨੇ ਜਿਹੜੇ ਆਪਣੇ ਬਾਰੇ ਸੋਚਣ, ਸੈਲਫਿਸ਼। ਸਵਾਰਥੀ ਲੋਕ ਆਪਣਾ ਉੱਲੂ ਸਿੱਧਾ ਕਰਕੇ ਤੁਰਦੇ ਬਣਦੇ ਹਨ। ਉੱਲੂ ਸਿੱਧਾ ਤੋਂ ਭਾਵ ਬੇਟਾ ਮਤਲਬ ਕੱਢ ਕੇ, ਆਪਣਾ ਕੰਮ ਕਰਾ ਕੇ ਤੁਰਦੇ ਬਣਦੇ ਹਨ। 6 ਨੰਬਰ ਹੈਗਾ ਬੇਟਾ ਉੱਗ ਸੁੱਗ ਨਾ ਮਿਲਣਾ, ਪਤਾ ਨਾ ਲੱਗਣਾ। ਗਿਆਨ ਸਿੰਘ ਦੇ ਗੁਆਚੇ ਹੋਏ ਪੁੱਤਰ ਦੀ ਅਜੇ ਤੱਕ ਕੋਈ
ਉੱਗ ਸੁੱਗ ਨਹੀਂ ਮਿਲੀ। ਉੱਗ ਸੁੱਗ ਨਾ ਮਿਲਣ ਤੋਂ ਭਾਵ ਬੇਟਾ ਇਹਦਾ ਪਹਿਲਾਂ ਤਾਂ ਸਾਨੂੰ ਜਿਹੜਾ ਇਹ ਸੈਂਟੈਂਸ ਬੋਲਿਆ ਉੱਗ ਸੁੱਗ ਨਾ ਮਿਲਣਾ। ਹੁਣ ਜਦੋਂ ਅਸੀਂ ਬ੍ਰੈਕਟ ਦੇ ਵਿੱਚ ਬੇਟਾ ਲਿਖਿਆ ਇੱਥੇ ਇਹਦਾ ਅਰਥ ਲਿਖਾਂਗੇ। ਉੱਗ ਸੁੱਗ ਨਾ ਮਿਲਣ ਦਾ ਅਰਥ ਕੀ ਹੁੰਦਾ? ਇਹਦਾ ਅਰਥ ਹੈ ਪਤਾ ਨਾ ਲੱਗਣਾ, ਕਿਸੇ ਬਾਰੇ ਕੋਈ ਇਨਫੋਰਮੇਸ਼ਨ ਨਾ ਮਿਲਣੀ। ਕਹਿੰਦੇ ਗਿਆਨ ਸਿੰਘ ਦੇ ਗੁਆਚੇ ਹੋਏ ਪੁੱਤਰ ਦੀ ਅਜੇ ਤੱਕ ਕੋਈ ਉੱਗ ਸੁੱਗ ਨਹੀਂ ਮਿਲੀ, ਵੀ ਕੋਈ ਉਹਦਾ ਪਤਾ ਨਹੀਂ ਮਿਲਿਆ ਜਦੋਂ ਕੋਈ ਗੁਆਚ ਜਾਂਦਾ ਬੇਟਾ, ਉਹ ਚੀਜ਼ ਦੱਸੀ ਗਈ ਆ। ਅੱਗੇ ਹੈਗਾ ਬੇਟਾ 7 ਨੰਬਰ 19-21 ਦਾ ਫਰਕ ਹੋਣਾ। 19-21 ਦਾ ਫਰਕ ਹੋਣ ਤੋਂ ਭਾਵ ਹੁੰਦਾ ਬਹੁਤ ਥੋੜ੍ਹਾ ਫਰਕ ਹੋਣਾ। ਅੰਬਰ ਤੇ ਮਨੀ ਬੇਸ਼ੱਕ ਜੋੜੀਆਂ ਭੈਣਾਂ ਹਨ, ਪਰ ਉਹਨਾਂ ਦੇ ਸੁਭਾਅ 'ਚ 19-21 ਦਾ ਫਰਕ ਹੈ। 19-21 ਦਾ ਫਰਕ ਤਾਂ ਹੈ, ਜੇ ਅਸੀਂ ਕਹਿਣਾ ਹੋਵੇ ਵੀ ਬਹੁਤ ਥੋੜ੍ਹਾ, ਵੀ ਮੇਰੇ ਦੋਸਤ ਰਾਮ ਨਾਲੋਂ ਕੱਦ ਵਿੱਚ 19-21 ਦਾ ਫਰਕ ਹੈ, ਵੀ ਬਹੁਤ ਥੋੜ੍ਹਾ ਫਰਕ ਹੋਣਾ। ਠੀਕ ਹੈ ਬੇਟਾ, ਇਸ ਤਰ੍ਹਾਂ ਬਣਾ ਸਕਦੇ ਹੋ। ਆਪਣੇ ਕੋਲੋਂ ਵੀ ਵਾਕ ਬਣ ਸਕਦਾ। ਉਸਲ ਵੱਟੇ ਭੰਨਣੇ। ਹੁਣ ਜਦੋਂ ਅਸੀਂ ਇਹ ਇਕੱਲਾ ਹੀ ਵਾਕ ਸੁਣਦੇ ਹਾਂ ਬੇਟਾ, ਜੇ ਸਾਨੂੰ ਇਹਦਾ ਅਰਥ ਨਹੀਂ ਪਤਾ ਤਾਂ ਅਸੀਂ ਅੱਗੇ ਵਾਕ ਨਹੀਂ ਬਣਾ ਸਕਦੇ। ਜਦੋਂ ਸਾਨੂੰ ਇਹਦਾ ਅਰਥ ਪਤਾ ਫਿਰ ਵਾਕ ਪੱਕਾ ਬਣ ਜੂ। ਉਸਲ ਵੱਟੇ ਭੰਨਣੇ ਦਾ ਭਾਵ ਸੁਸਤੀ ਵਿੱਚ ਪਾਸੇ ਮਾਰਨਾ। ਰਾਜੂ ਐਵੇਂ ਉਸਲ ਵੱਟੇ ਨਾ ਭੰਨੀ ਜਾ, ਛੇਤੀ ਕੰਮ ਕਰ। ਹੁਣ ਬੇਟਾ ਇੱਥੇ ਅਸੀਂ ਇਹ ਵਾਕ ਬਣਾਉਣਾ। ਉਸਲ ਵੱਟੇ ਭੰਨਣੇ ਦਾ ਭਾਵ ਸੁਸਤੀ ਦਿਖਾਉਣੀ, ਕੋਈ ਬੰਦਾ ਸੁਸਤ ਹੋਣਾ। ਹੁਣ ਇੱਥੇ ਕੀ ਕਹਿੰਦਾ? ਰਾਜੂ ਐਵੇਂ ਉਸਲ ਵੱਟੇ ਨਾ ਭੰਨੀ ਜਾ, ਛੇਤੀ ਕੰਮ ਕਰ। ਜਦੋਂ ਅਸੀਂ ਕਿਸੇ ਨੂੰ ਸਮਝਾਉਣਾ ਹੋਵੇ ਵੀ ਭਾਈ ਕਿਉਂ ਸੁਸਤੀ ਪਾਈ ਆ, ਕਈ ਵਾਰੀ ਸਾਡੇ ਪੇਰੈਂਟਸ ਕਹਿੰਦੇ ਨੇ ਉਹ ਤੂੰ ਭਾਈ ਉਸਲ ਵੱਟੀ ਭੰਨੀ ਜਾਂਦਾ, ਵੈਨ ਆਉਣ ਵਾਲੀ ਆ, ਚੱਲ ਖੜਾ ਹੋ ਨਾ ਕੇ ਆ। ਜਦੋਂ ਅਸੀਂ ਸੁਸਤੀ ਦਿਖਾਈਏ, ਦੂਆ ਬੰਦਾ ਸਾਨੂੰ ਕਹੇ ਕਿ ਭਾਈ ਉਸਲ ਵੱਟੇ ਨਾ ਭੰਨ, ਸੁਸਤੀ 'ਚ ਪਾਸੇ ਨਾ ਮਾਰ, ਉੱਠ ਖੜਾ ਹੋ ਕੰਮ ਕਰ, ਇਹ ਬੇਟਾ ਉੱਥੇ ਵਰਤਿਆ ਜਾਂਦਾ। ਅੱਗੇ 9 ਨੰਬਰ ਹੈ ਅਸਮਾਨ ਸਿਰ 'ਤੇ ਚੁੱਕਣਾ, ਬਹੁਤ ਰੌਲਾ ਪਾਉਣਾ। ਜਦੋਂ ਬੇਟਾ ਅਸੀਂ ਵਾਕ ਸੁਣਦੇ ਨਾ ਅਸਮਾਨ ਸਿਰ 'ਤੇ ਚੁੱਕਣਾ, ਸੋਚਦੇ ਇਹ ਕੀ ਵਾਕ ਹੈ। ਹੁਣ ਬੇਟਾ ਜੇ ਤੁਹਾਨੂੰ ਇਹਦਾ ਅਰਥ ਪਤਾ ਤਾਂ ਤੁਸੀਂ ਅੱਗੇ ਮੁਹਾਵਰਾ ਬਣਾ ਲਓਗੇ, ਵਾਕ ਬਣਾ ਲਓਗੇ। ਜਿਵੇਂ ਅਸਮਾਨ ਸਿਰ 'ਤੇ ਚੁੱਕਣਾ ਦਾ ਅਰਥ ਹੁੰਦਾ ਬਹੁਤ ਰੌਲਾ ਪਾਉਣਾ। ਹੁਣ ਇਹ ਗੱਲ ਨੂੰ ਤੁਸੀਂ ਅੱਗੇ ਇੱਕ ਵਾਕ 'ਚ ਪੇਸ਼ ਕਰਨਾ। ਕਿਵੇਂ ਪੇਸ਼ ਕਰਾਂਗੇ? ਅਧਿਆਪਕ ਦੇ ਬਾਹਰ ਜਾਂਦਿਆਂ ਹੀ ਵਿਦਿਆਰਥੀਆਂ ਨੇ ਅਸਮਾਨ ਸਿਰ 'ਤੇ ਚੁੱਕ ਲਿਆ, ਮਤਲਬ ਕਲਾਸ 'ਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਹੀ ਅਧਿਆਪਕ ਕਲਾਸ 'ਚੋਂ ਬਾਹਰ ਗਏ, ਵਿਦਿਆਰਥੀਆਂ ਨੇ ਅਸਮਾਨ ਸਿਰ 'ਤੇ ਚੁੱਕ ਲਿਆ ਸੀ। ਇਹ ਵੀ ਬੇਟਾ ਇਹਦੇ ਵਿੱਚ ਲਿਖ ਸਕਦੇ ਹਾਂ। 10 ਨੰਬਰ ਅੱਖਾਂ ਚਰਾਉਣਾ, ਸ਼ਰਮ ਮਹਿਸੂਸ ਕਰਨੀ। ਕੋਈ ਅਜਿਹਾ ਕੰਮ ਨਾ ਕਰੋ ਜਿਸ ਕਰਕੇ ਆਪਣੇ ਆਪ ਤੋਂ ਅੱਖਾਂ ਚਰਾਉਣੀਆਂ ਪੈ ਜਾਣ। ਹੁਣ ਜਿਵੇਂ ਬੇਟਾ ਅਸੀਂ ਸੋਚਦੇ ਨਾ ਵੀ ਅੱਖਾਂ ਚਰਾਉਣੀਆਂ ਦਾ ਭਾਵ ਹੁੰਦਾ ਸ਼ਰਮ ਮਹਿਸੂਸ ਕਰਨੀ, ਵੀ ਸਾਨੂੰ ਜੀਵਨ 'ਚ ਕਦੇ ਵੀ ਕੋਈ ਮਾੜੇ ਕਰਮ ਨਹੀਂ ਕਰਨੇ ਚਾਹੀਦੇ, ਨਹੀਂ ਤਾਂ ਫਿਰ ਪੂਰੀ ਜ਼ਿੰਦਗੀ ਸਾਨੂੰ ਲੋਕਾਂ ਕੋਲੋਂ ਅੱਖਾਂ ਚਰਾਉਣੀਆਂ ਪੈਂਦੀਆਂ ਹਨ। ਜੋ ਬੰਦੇ ਮਾੜੇ ਕੰਮ ਕਰਦੇ ਹਨ ਉਹ ਸਮਾਜ ਵਿੱਚ ਹਮੇਸ਼ਾ ਅੱਖਾਂ ਚਰਾ ਕੇ ਚੱਲਦੇ ਨੇ, ਉਹ ਸਮਾਜ ਤੋਂ ਅੱਖਾਂ ਚਰਾਉਂਦੇ ਹਨ। ਸੋ ਬੇਟਾ ਆਪਣੇ ਕੋਲੋਂ ਵੀ ਬਣਾ ਸਕਦੇ ਹੋ। 11 ਨੰਬਰ ਅੱਖਾਂ ਵਿੱਚ ਰੜਕਣਾ। ਹੁਣ ਬੇਟਾ ਜਦੋਂ ਅਸੀਂ ਇਹ ਸੈਂਟੈਂਸ ਆ ਜਿਹੜਾ ਬੋਲਦੇ ਹਾਂ, ਇਹ ਸੈਂਟੈਂਸ ਜਦੋਂ ਬੋਲਦੇ ਹਾਂ ਇਹਦੇ ਅਰਥ ਹੋਰ ਹਨ। ਅਤੇ ਜਦੋਂ ਅਸੀਂ ਬੇਟਾ ਇਹਦੇ ਜਿਹੜੀਆਂ ਲੋਕ ਅਖਾਣਾਂ, ਲੋਕ ਸੱਚਾਈਆਂ, ਜੋ ਸਾਡੇ ਬਜ਼ੁਰਗਾਂ ਨੇ ਇਹ ਗੱਲਾਂ ਸਿੱਧ ਕੀਤੀਆਂ, ਇਹ ਅਖਾਣ ਦਾ ਅਰਥ, ਇਹ ਮੁਹਾਵਰੇ ਦਾ ਅਰਥ ਕੀ ਨਿਕਲਿਆ, ਸਿਆਣੇ ਬਜ਼ੁਰਗਾਂ ਨੇ ਕੀ ਕੱਢਿਆ ਵੀ ਅੱਖਾਂ ਵਿੱਚ ਰੜਕਣ ਦਾ ਅਰਥ ਆ ਜਿਹੜਾ ਬੇਟਾ ਸਾਡੇ ਬਜ਼ੁਰਗਾਂ ਨੇ, ਸਾਡੇ ਜਿਹੜੇ ਵਿਦਵਾਨ ਨੇ, ਉਹਨਾਂ ਨੇ ਕੀ ਕੱਢਿਆ, ਉਹ ਇਹ ਹੈ ਕਿ ਬੁਰਾ ਲੱਗਣਾ। ਅੱਖਾਂ ਵਿੱਚ ਰੜਕਣਾ ਤੋਂ ਭਾਵ ਬੁਰਾ ਲੱਗਣਾ। ਚੰਗੇ ਇਨਸਾਨ ਹਮੇਸ਼ਾ ਗਲਤ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ। ਜਿਹੜੇ ਚੰਗੇ ਇਨਸਾਨ ਨੇ ਉਹ ਹਮੇਸ਼ਾ ਗਲਤ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ। 12 ਨੰਬਰ ਅੱਖਾਂ ਉੱਤੇ ਬਿਠਾਉਣਾ। ਬੇਟਾ ਇਹ ਸੈਂਟੈਂਸ ਪੜ੍ਹਨ ਸਾਰ ਸਾਡੇ ਦਿਮਾਗ 'ਚ ਆਉਂਦਾ ਵੀ ਅੱਖਾਂ 'ਤੇ ਕਿਵੇਂ ਕੋਈ ਕਿਸੇ ਨੂੰ ਬਿਠਾ ਸਕਦਾ, ਪਰ ਜਿਹੜੇ ਸਾਡੇ ਵਿਦਵਾਨਾਂ ਨੇ, ਸਾਡੇ ਸਿਆਣਿਆਂ ਨੇ ਇਹਦੇ ਅਰਥ ਦੱਸੇ ਨੇ। ਇਹਦਾ ਅਰਥ ਇਹ ਹੈ ਕਿ ਆਦਰ ਕਰਨਾ, ਸਤਿਕਾਰ ਕਰਨਾ। ਘਰ ਆਏ ਮਹਿਮਾਨ ਨੂੰ ਅੱਖਾਂ ਉੱਤੇ ਬਿਠਾਉਣਾ ਪੰਜਾਬੀਆਂ ਦੀ ਖਾਸੀਅਤ ਹੈ। ਘਰ ਆਏ ਮਹਿਮਾਨ ਬੇਟਾ, ਜਿਵੇਂ ਸਾਡੇ ਘਰ ਕੋਈ ਗੈਸਟ ਆਉਂਦੇ ਨੇ, ਘਰ ਆਏ ਮਹਿਮਾਨ ਨੂੰ ਅੱਖਾਂ ਉੱਤੇ ਬਿਠਾਉਣਾ ਪੰਜਾਬੀਆਂ ਦੀ ਖਾਸੀਅਤ ਹੈ।
ਜਿਹੜੇ ਪੰਜਾਬੀ ਨੇ ਉਹ ਆਪਣੇ ਘਰ ਜੋ ਵੀ ਉਹਨਾਂ ਦੇ ਮਹਿਮਾਨ ਆਉਂਦੇ ਨੇ ਉਹਨਾਂ ਦਾ ਬਹੁਤ ਆਦਰ ਕਰਦੇ ਨੇ। 13 ਨੰਬਰ ਅਕਲ ਦਾ ਬੈਰੀ। ਇਹਦਾ ਜਿਹੜਾ ਅਰਥ ਬੇਟਾ ਸਾਡੇ ਬਜ਼ੁਰਗਾਂ ਨੇ ਵਿਦਵਾਨਾਂ ਨੇ ਕੱਢਿਆ, ਅਕਲ ਦੇ ਬੈਰੀ ਤੋਂ ਭਾਵ ਹੁੰਦਾ ਮੂਰਖ। ਅਜੀਤ ਤਾਂ ਅਕਲ ਦਾ ਬੈਰੀ ਹੈ, ਕਦੇ ਕੋਈ ਸਮਝਦਾਰੀ ਦੀ ਗੱਲ ਨਹੀਂ ਕਰਦਾ। ਹੁਣ ਬੇਟਾ ਅਜੀਤ ਦੀ ਜਗ੍ਹਾ 'ਤੇ ਤੁਸੀਂ ਕੋਈ ਵੀ ਹੋਰ ਨਾਮ ਵਰਤ ਸਕਦੇ ਹੋ ਕਿ ਜਿਹੜਾ ਬੰਦਾ ਮੂਰਖਤਾਈਆਂ ਵਾਲੀਆਂ ਗੱਲਾਂ ਕਰਦਾ ਹੋਵੇ, ਉਹਦੇ ਲਈ ਅਸੀਂ ਇਹ ਮੁਹਾਵਰਾ ਵਰਤਦੇ ਹਾਂ। ਅੱਗੇ ਹੈਗਾ ਬੇਟਾ ਅੱਖਾਂ ਵਿੱਚ ਘੱਟਾ ਪਾਉਣਾ। ਅੱਖਾਂ ਵਿੱਚ ਘੱਟਾ ਪਾਉਣ ਦਾ ਜਿਹੜਾ ਸਾਡੇ ਵਿਦਵਾਨਾਂ ਨੇ ਅਰਥ ਕੱਢਿਆ ਉਹ ਇਹ ਹੈ ਕਿ ਧੋਖਾ ਦੇਣਾ। ਚੋਰ ਸਿਪਾਹੀ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਭੱਜ ਗਿਆ। ਧੋਖਾ ਦੇਣਾ ਮਤਲਬ ਕਿ ਜਿਹੜਾ ਚੋਰ ਉਹ ਸਿਪਾਹੀ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਭੱਜ ਗਿਆ। ਇਹ ਬੇਟਾ ਜਿਹੜਾ ਮੁਹਾਵਰਾ ਇਸ ਤਰ੍ਹਾਂ ਫਿੱਟ ਹੁੰਦਾ ਜਦੋਂ ਅਸੀਂ ਗੱਲਬਾਤ ਕਰਦੇ ਹਾਂ। ਜੇ ਅਸੀਂ ਕਹੀਏ ਵੀ ਯਾਰ ਉਹ ਜਿਹੜਾ ਚੋਰ ਫੜਿਆ ਸੀ ਕਿੱਥੇ ਆ, ਆਪਾਂ ਕਹਿੰਦੇ ਲੈ ਯਾਰ ਉਹ ਤਾਂ ਆਪਣੀ ਅੱਖਾਂ 'ਚ ਘੱਟਾ ਪਾ ਕੇ ਭੱਜ ਗਿਆ, ਮਤਲਬ ਕਿ ਸਾਨੂੰ ਧੋਖਾ ਦੇ ਕੇ ਭੱਜ ਗਿਆ। ਇਸ ਤਰ੍ਹਾਂ ਬੇਟਾ ਇਹਨੂੰ ਅਸੀਂ ਆਪਣੀ ਆਮ ਬੋਲ ਚਾਲ ਦੀ ਭਾਸ਼ਾ 'ਚ ਵਰਤ ਸਕਦੇ ਹਾਂ। ਅਗਲਾ ਹੈਗਾ ਬੇਟਾ ਅੱਖਾਂ ਮੀਟ ਜਾਣਾ। ਹੁਣ ਇਹਨੂੰ ਜਦੋਂ ਅਸੀਂ ਪੜ੍ਹਦੇ ਹਾਂ, ਜਿਵੇਂ ਆਪਾਂ ਕਹਿੰਦੇ ਵੀ ਸੌਂ ਜਾਣਾ, ਅੱਖਾਂ ਮੀਟ ਲੀਆਂ, ਅੱਖਾਂ ਬੰਦ ਕਰਨੀਆਂ, ਪਰ ਜਿਹੜੇ ਸਾਡੇ ਵਿਦਵਾਨ ਨੇ ਉਹਨਾਂ ਨੇ ਇਹਦਾ ਅਰਥ ਕੀ ਕਿਹਾ ਕਿ ਮਰ ਜਾਣਾ। ਅੱਖਾਂ ਮੀਟ ਜਾਣ ਦਾ ਅਰਥ ਕੀ ਹੈ? ਮਰ ਜਾਣਾ। ਰੀਤਾ 5 ਸਾਲ ਦੀ ਸੀ ਜਦੋਂ ਉਸ ਦੇ ਪਿਤਾ ਜੀ ਅੱਖਾਂ ਮੀਟ ਗਏ। ਹੁਣ ਅਸੀਂ ਕਹਿਣਾ ਕਿ ਕੋਈ ਜਿਹੜੀ ਲੜਕੀ ਸੀ ਉਹ ਕਿੰਨੇ ਸਾਲ ਦੀ ਸੀ? 5 ਸਾਲ ਦੀ ਸੀ ਜਦੋਂ ਉਹਦੇ ਪਿਤਾ ਜੀ ਅੱਖਾਂ ਮੀਟ ਗਏ, ਭਾਵ ਇਸ ਦੁਨੀਆ ਤੋਂ ਚਲੇ ਗਏ, ਭਾਵ ਉਹਨਾਂ ਦੀ ਮੌਤ ਹੋ ਗਈ। ਅੱਖਾਂ ਫੇਰ ਲੈਣੀਆਂ, ਦੇਖੋ ਬੇਟਾ ਦੋਏ ਸ਼ਬਦ ਮਿਲਦੇ ਜੁਲਦੇ ਨੇ। ਅੱਖਾਂ ਬੰਦ ਕਰ ਲੈਣੀਆਂ ਸੀ, ਉੱਪਰਲਾ ਮੀਟ ਲੈਣਾ, ਅਤੇ ਅੱਖਾਂ ਫੇਰ ਲੈਣੀਆਂ। ਸਾਡੇ ਵਿਦਵਾਨਾਂ ਨੇ ਇਹਦਾ ਅਰਥ ਕੀ ਦੱਸਿਆ? ਦੋਸਤੀ ਛੱਡ ਦੇਣੀ। ਅੱਖਾਂ ਫੇਰ ਲੈਣੀਆਂ ਤੋਂ ਭਾਵ ਦੋਸਤੀ ਛੱਡ ਦੇਣੀ। ਸਵਾਰਥੀ ਮਿੱਤਰ ਮੁਸੀਬਤ ਵੇਲੇ ਅੱਖਾਂ ਫੇਰ ਲੈਂਦੇ ਹਨ। ਜਿਹੜੇ ਸੈਲਫਿਸ਼ ਲੋਕ ਨੇ ਵੀ ਹੁਣ ਮੈਨੂੰ ਇਹਨੂੰ ਕੋਈ ਚੀਜ਼ ਦੇਣੀ ਪਊ, ਇਹਨੂੰ ਕੁਝ ਖਵਾਉਣਾ ਪਊ, ਜਾਂ ਹੁਣ ਮੈਨੂੰ ਇਹਦੇ ਕੰਮ ਆਉਣਾ ਪਊ, ਜਾਂ ਇਹਦੇ ਕੰਮ ਜਾਣਾ ਪਊ। ਅਤੇ ਜਿਹੜੇ ਬੇਟਾ ਉਹ ਸਵਾਰਥੀ ਲੋਕ ਹੁੰਦੇ ਨੇ, ਉਹ ਜਦੋਂ ਉਹਨਾਂ ਦਾ ਮਤਲਬ ਐਂ ਹੁੰਦਾ ਵੀ ਹੁਣ ਸਾਨੂੰ ਕੋਈ ਵਿਗਾੜ ਪਾਊਗਾ, ਸਾਨੂੰ ਸਵਾਲ ਪਾਊ, ਤਾਂ ਉਹ ਫਿਰ ਕੀ ਕਰਦੇ ਨੇ? ਅੱਖਾਂ ਫੇਰ ਲੈਂਦੇ ਨੇ, ਦੋਸਤੀ ਛੱਡ ਦਿੰਦੇ ਨੇ। ਅੱਗੇ ਹੈਗਾ ਬੇਟਾ 17 ਨੰਬਰ ਅੱਡੀ ਚੋਟੀ ਦਾ ਜ਼ੋਰ ਲਾਉਣਾ। ਬਹੁਤ ਮਿਹਨਤ ਕਰਨੀ। ਅੱਡੀ ਚੋਟੀ ਦਾ ਜ਼ੋਰ ਲਾਉਣ ਦਾ ਅਰਥ ਕੀ ਆ? ਬਹੁਤ ਮਿਹਨਤ ਕਰਨੀ। ਜਦੋਂ ਬੇਟਾ ਅਸੀਂ ਮੁਹਾਵਰੇ ਪੜ੍ਹਦੇ ਹਾਂ ਨਾ, ਪਹਿਲਾਂ ਜਿਹੜਾ ਅਸੀਂ ਸੈਂਟੈਂਸ ਪੜ੍ਹਦੇ ਹਾਂ, ਵਾਕ ਪੜ੍ਹਦੇ ਹਾਂ, ਉਹਦੇ ਅਰਥ ਹੋਰ ਹੁੰਦੇ ਨੇ, ਅਤੇ ਇਹਦੇ ਵਿੱਚ ਪੜ੍ਹਨ ਵਾਲੀ ਚੀਜ਼ ਇਹ ਹੁੰਦੀ ਹੈ ਜਿਹੜੇ ਅਸੀਂ ਆ ਬ੍ਰੈਕਟ 'ਚ ਅਰਥ ਪੜ੍ਹਦੇ ਹਾਂ। ਜਦੋਂ ਫਿਰ ਤਾਂ ਅੱਡੀ ਚੋਟੀ ਦਾ ਜ਼ੋਰ ਲਾਉਣ ਦਾ ਤੁਹਾਨੂੰ ਅਰਥ ਪਤਾ ਲੱਗ ਗਿਆ ਅਤੇ ਮੁਹਾਵਰਾ ਵਾਕ ਤੁਸੀਂ ਵਾਕਈ ਬਣਾ ਲਓਗੇ। ਆਓ ਅਸੀਂ ਪੜ੍ਹਦੇ ਹਾਂ। ਅੱਡੀ ਚੋਟੀ ਦਾ ਜ਼ੋਰ ਲਾਉਣ ਦਾ ਅਰਥ ਕੀ ਆ? ਬਹੁਤ ਮਿਹਨਤ ਕਰਨੀ। ਹੁਣ ਜਦੋਂ ਅਸੀਂ ਬੇਟਾ ਮੁਹਾਵਰਾ ਬਣਾਉਣਾ ਹੁੰਦਾ ਅਤੇ ਤੁਸੀਂ ਇਹ ਚੀਜ਼ ਨੂੰ ਫਿੱਟ ਕਰਨੀ ਆ, ਆਪਣੀ ਗੱਲਬਾਤ ਦਾ ਇੱਕ ਸੈਂਟੈਂਸ ਬਣਾਉਣਾ ਜਿਹਦੇ ਵਿੱਚ ਤੁਸੀਂ ਇਹ ਚੀਜ਼ ਸਪਸ਼ਟ ਕਰ ਦਿਓ। ਜਿਵੇਂ ਅਸੀਂ ਕਿਵੇਂ ਕਹਾਂਗੇ ਕਿ ਮਿਹਨਤੀ ਵਿਦਿਆਰਥੀ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਹਨ। ਹੁਣ ਬੇਟਾ ਇਹ ਅਸੀਂ ਸੈਂਟੈਂਸ ਇਹਦੇ ਵਿੱਚ ਫਿੱਟ ਕਰਤਾ ਕਿ ਮਿਹਨਤੀ ਵਿਦਿਆਰਥੀ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਹਨ। ਇਹ ਬੇਟਾ ਇਸ ਤਰ੍ਹਾਂ ਮੁਹਾਵਰਾ ਬਣ ਗਿਆ। ਅੱਗੇ ਹੈਗਾ ਅੰਗ ਪਾਲਣਾ। ਇਹਦਾ ਅਰਥ ਹੋਰ ਹੈ, ਜਦੋਂ ਅਸੀਂ ਇਹਦੇ ਭਾਵ ਅਰਥ ਸਮਝਦੇ ਹਾਂ ਬੇਟਾ, ਜਿਹੜੇ ਸਾਡੇ ਬਜ਼ੁਰਗਾਂ ਨੇ ਕੱਢੇ ਨੇ, ਉਹਦਾ ਭਾਵ ਅੰਗ ਪਾਲਣਾ ਦਾ ਅਰਥ ਕੀ ਆ? ਭਾਵ ਕੀ ਹੈ? ਸਹਾਈ ਹੋਣਾ। ਭਗਵਾਨ ਕ੍ਰਿਸ਼ਨ ਨੇ ਗਰੀਬ ਸੁਦਾਮੇ ਦੀ ਦੋਸਤੀ ਦਾ ਅੰਗ ਪਾਲਿਆ। ਜਾਂ ਸਮਝਦਾਰ ਲੋਕ ਜੀਵਨ ਵਿੱਚ ਆਪਣੇ ਦੋਸਤਾਂ ਦਾ ਅੰਗ ਪਾਲਦੇ ਨੇ, ਉਹਨਾਂ ਦੀ ਸਹਾਇਤਾ ਕਰਦੇ ਨੇ। ਜਾਂ ਵਾਹਿਗੁਰੂ ਸਾਡੇ ਸਭ ਦੇ ਅੰਗ ਪਾਲਦੇ ਹਨ, ਵੀ ਸਾਡੀ ਮਦਦ ਕਰਦੇ ਹਨ, ਸਾਡੇ ਲਈ ਸਹਾਈ ਹੁੰਦੇ ਹਨ। ਅੱਗੇ ਹੈਗਾ ਬੇਟਾ 19 ਨੰਬਰ ਅਲਖ ਮੁਕਾਉਣਾ, ਮਾਰ ਦੇਣਾ। ਅਲਖ ਮੁਕਾਉਣਾ ਇਹ ਤੁਹਾਨੂੰ ਪਾਇਆ ਹੋਊ। ਅਸੀਂ ਇਹ 'ਚ ਪੜ੍ਹਨਾ ਅਤੇ ਸਮਝਣਾ ਕੀ ਹੈ ਬੇਟਾ? ਜੋ ਸਾਡੇ ਵਿਦਵਾਨਾਂ ਨੇ ਸਾਨੂੰ ਇਹਦਾ ਅਰਥ ਦੱਸਿਆ। ਅਲਕ ਮੁਕਾਉਣ ਤੋਂ ਭਾਵ ਹੁੰਦਾ ਮਾਰ ਦੇਣਾ। ਹੁਣ ਤੁਸੀਂ ਮਾਰ ਦੇਣਾ, ਅਲਕ ਮੁਕਾਉਣਾ ਸ਼ਬਦ ਕਿਵੇਂ ਲਿਖੋਗੇ? ਬਹਾਦਰ ਲੋਕ ਬੈਰੀਆਂ ਦੀ ਅਲਖ ਮੁਕਾ ਕੇ ਹੀ ਦਮ ਲੈਂਦੇ ਹਨ। ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਦੀ
ਅਲਕ ਮੁਕਾ ਦਿੱਤੀ, ਉਹਨੂੰ ਮਾਰ ਦਿੱਤਾ ਸੀ। ਇਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਹੋ। 20 ਨੰਬਰ ਹੈਗਾ ਬੇਟਾ ਅੰਗੂਠਾ ਦਿਖਾਉਣਾ। ਹੁਣ ਆਪਾਂ ਸੋਚੀ ਵੀ ਆਹ ਮੇਰਾ ਅੰਗੂਠਾ ਮੈਂ ਕਿਸੇ ਨੂੰ ਦਿਖਾਤਾ। ਇਹ ਸੈਂਟੈਂਸ ਜਦੋਂ ਅਸੀਂ ਪੜ੍ਹਦੇ ਹਾਂ, ਪੜ੍ਹਨ ਸਾਰ ਸਾਡੇ ਦਿਮਾਗ 'ਚ ਇੱਕ ਸਵਾਲ ਪੈਦਾ ਹੁੰਦਾ, ਪਰ ਉਹ ਸਾਡਾ ਆਪਣਾ ਨਿੱਜੀ ਹੁੰਦਾ। ਪਰ ਇਹ ਅੰਗੂਠਾ ਦਿਖਾਉਣ ਦਾ ਜਿਹੜਾ ਅਰਥ ਆ, ਸਾਡੇ ਵਿਦਵਾਨਾਂ ਨੇ, ਸਾਡੇ ਬਜ਼ੁਰਗਾਂ ਨੇ ਕੀ ਦੱਸਿਆ, ਅੰਗੂਠਾ ਦਿਖਾਉਣ ਤੋਂ ਭਾਵ ਹੁੰਦਾ ਇਨਕਾਰ ਕਰਨਾ। ਜਦੋਂ ਮੈਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਕਿਹਾ ਗਿਆ ਬੇਟਾ, ਜਦੋਂ ਮੈਂ ਅੰਮ੍ਰਿਤ ਤੋਂ ਉਧਾਰ ਦਿੱਤੇ ਪੈਸੇ ਮੰਗੇ ਤਾਂ ਉਸਨੇ ਅੰਗੂਠਾ ਦਿਖਾ ਦਿੱਤਾ। ਜਦੋਂ ਮੈਂ ਅੰਮ੍ਰਿਤ ਤੋਂ ਉਧਾਰ ਦਿੱਤੇ ਪੈਸੇ ਮੰਗੇ, ਮੰਨ ਲਓ ਤੁਸੀਂ ਕਿਸੇ ਨੂੰ ਕਿਹਾ ਕਿ ਮੈਂ ਭਾਈ ਤੈਨੂੰ 200 ਰੁਪਏ ਉਧਾਰ ਦਿੱਤਾ ਸੀ ਅਤੇ ਤੁਸੀਂ ਉਹ ਤੋਂ ਮੰਗੇ ਕਿ ਭਾਈ ਮੈਨੂੰ ਦੇ ਦੇ, ਅਤੇ ਉਹ ਤੁਹਾਨੂੰ ਅੰਗੂਠਾ ਦਿਖਾ ਦੇ, ਭਾਵ ਤੁਹਾਨੂੰ ਇਨਕਾਰ ਕਰ ਦੇ। ਹੁਣ ਤੁਸੀਂ ਕਹੋਗੇ ਜਦੋਂ ਮੈਂ ਅੰਮ੍ਰਿਤ ਤੋਂ ਉਧਾਰ ਦਿੱਤੇ ਪੈਸੇ ਮੰਗੇ ਤਾਂ ਉਸਨੇ ਅੰਗੂਠਾ ਦਿਖਾ ਦਿੱਤਾ, ਭਾਵ ਮੈਨੂੰ ਜਵਾਬ ਦੇ ਦਿੱਤਾ। ਅੱਗੇ ਹੈਗਾ ਬੇਟਾ 21 ਨੰਬਰ ਇੱਕ ਅੱਖ ਨਾਲ ਵੇਖਣਾ। ਹੁਣ ਅਸੀਂ ਕਹੀਏ ਵੀ ਕਿਸੇ ਦੇ ਅੱਖ 'ਤੇ ਸੱਟ ਲੱਗੀ ਹੋਈ, ਅੱਖ ਮੀਚ ਰੱਖੀ, ਉਹ ਦੇਖ ਰਹੇ ਇੱਕ ਅੱਖ ਨਾਲ, ਇਹਦੇ ਅਰਥ ਹੋਰ ਨੇ ਨਾ। ਪਰ ਜਿਹੜੇ ਬੇਟਾ ਸਾਡੇ ਵਿਦਵਾਨਾਂ ਨੇ ਇਹਦੇ ਅਰਥ ਦੱਸੇ ਨੇ ਉਹ ਕੀ ਨੇ ਕਿ ਸਭ ਨੂੰ ਬਰਾਬਰ ਸਮਝਣਾ। ਮਾਂ ਆਪਣੇ ਸਾਰੇ ਬੱਚਿਆਂ ਨੂੰ ਇੱਕ ਅੱਖ ਨਾਲ ਵੇਖਦੀ ਹੈ। ਇਹ ਬੇਟਾ ਤਾਂ ਅਸੀਂ ਵਾਕ ਬਣਾਵਾਂਗੇ। ਇੱਕ ਮੁੱਠ ਹੋਣਾ, ਇੱਕ ਮੁੱਠ ਹੋਣ ਤੋਂ ਭਾਵ ਕੀ ਆ, ਇਹਦਾ ਅਰਥ ਏਕਤਾ ਹੋਣੀ। ਹੁਣ ਜਿੱਥੇ ਬੇਟਾ ਤੁਹਾਨੂੰ ਵਾਕ ਦਿੱਤਾ ਹੋਊਗਾ ਕਿ ਇੱਕ ਮੁੱਠ ਹੋਣਾ, ਤੁਸੀਂ ਨਾਲ ਦੀ ਨਾਲ ਪਕੜ ਕਰਨੀ ਹੈ। ਜੋ ਸਿੱਖਣਾ ਉਹ ਤੁਸੀਂ ਯਾਦ ਕੀ ਕਰਨਾ ਕਿ ਏਕਤਾ ਹੋਣੀ। ਜਿਵੇਂ ਤੁਹਾਡਾ ਟੈਸਟ ਲਿਆ ਜਾਂਦਾ, ਉੱਥੇ ਲਿਖਿਆ ਹੁੰਦਾ ਇੱਕ ਮੁੱਠ ਹੋਣਾ, ਤੁਸੀਂ ਉਹਦਾ ਅਰਥ ਤੁਹਾਨੂੰ ਆਉਣਾ ਚਾਹੀਦਾ। ਉਹਦਾ ਅਰਥ ਹੋਊਗਾ ਏਕਤਾ ਹੋਣੀ। ਸਾਨੂੰ ਵਿਦੇਸ਼ੀ ਹਮਲਿਆਂ ਦਾ ਇੱਕ ਮੁੱਠ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਜੇ ਅਸੀਂ ਕਹੀਏ ਕਰੋਨਾ ਕਾਲ ਵਿੱਚ ਸਾਰੇ ਪੰਜਾਬੀ ਇੱਕ ਮੁੱਠ ਹੋ ਕੇ ਇੱਕ ਦੂਜੇ ਦੀ ਮਦਦ ਕਰਦੇ ਸਨ। ਜਾਂ ਅਸੀਂ ਕਹੀਏ ਕਿ ਸਾਨੂੰ ਮੁਸੀਬਤ ਵਿੱਚ ਇੱਕ ਮੁੱਠ ਹੋਣਾ ਚਾਹੀਦਾ ਹੈ। ਅੱਗੇ ਹੈਗਾ ਬੇਟਾ ਇੱਟ ਨਾਲ ਇੱਟ ਖੜਕਾਉਣੀ। ਹੁਣ ਤੁਸੀਂ ਕਹੋਗੇ ਇੱਕ ਹੱਥ 'ਚ ਇੱਧਰ ਇੱਟ ਚੱਕ ਲਓ, ਇੱਕ ਇੱਧਰ ਉਹਨੂੰ ਖੜਕਾ ਦਿਓ। ਇਹ ਬੇਟਾ ਇੱਕ ਵਾਕ ਆ, ਇਹਦੇ ਅਰਥ ਸਾਡੇ ਵਿਦਵਾਨਾਂ ਨੇ ਕੀ ਬਣਾਏ ਨੇ। ਇੱਟ ਨਾਲ ਇੱਟ ਖੜਕਾਉਣੀ ਤੋਂ ਭਾਵ ਹੁੰਦਾ ਤਬਾਹੀ ਮਚਾਉਣੀ। ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਹੁਣ ਜਿਹੜਾ ਬੰਦਾ ਬਹਾਦਰ ਨੇ ਬੇਟਾ, ਬੜੇ ਸਾਡੇ ਪੰਜਾਬੀ ਸੂਰਮੇ ਨੇ ਸਾਡੇ ਸਿੱਖ ਕੌਮ ਦੇ ਵਿੱਚ, ਜਿਨ੍ਹਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਤੀ, ਭਾਵ ਸਰਹੰਦ ਨੂੰ ਤਬਾਹ ਕਰਤਾ ਸੀ ਜਦੋਂ ਸੂਬਾ ਸਰਹੰਦ ਨੂੰ ਚੱਪੜ ਚਿੜੀ ਦੇ ਸਥਾਨ ਦੇ ਉੱਪਰ ਜਾ ਕੇ ਮਾਰਿਆ ਹੈ। ਸੋ ਅਗਲਾ ਹੈ ਬੇਟਾ ਈਦ ਦਾ ਚੰਦ ਹੋਣਾ। ਇਹਦਾ ਅਰਥ ਹੈ ਬਹੁਤ ਚਿਰ ਬਾਅਦ ਮਿਲਣਾ। ਈਦ ਦਾ ਚੰਦ ਬੜੀ ਦੇਰ ਬਾਅਦ ਸਾਨੂੰ ਦਿਖਦਾ। ਇਹਦਾ ਅਰਥ ਕੀ ਕਿਹਾ ਸਾਡੇ ਵਿਦਵਾਨਾਂ ਨੇ ਕਿ ਬਹੁਤ ਚਿਰ ਬਾਅਦ ਮਿਲਣਾ। ਪਿੰਕੀ ਤੂੰ ਤਾਂ ਈਦ ਦਾ ਚੰਦ ਹੀ ਹੋ ਗਈ, ਕਦੇ ਮਿਲਦੀ ਹੀ ਨਹੀਂ। ਜਾਂ ਤੁਸੀਂ ਆਪਣੇ ਦੋਸਤ ਨੂੰ ਰਾਮ ਤੂੰ ਤਾਂ ਈਦ ਦਾ ਚੰਦ ਹੋ ਗਿਆ, ਹੈ ਨਾ, ਮਿਲਦਾ ਹੀ ਨਹੀਂ। ਸੋ ਜਦੋਂ ਕਿਸੇ ਨੂੰ ਅਸੀਂ ਇਹ ਸੰਬੋਧਨ ਕਰਨਾ ਹੋਵੇ ਕਹਿ ਕੇ ਵੀ ਭਾਈ ਬਹੁਤ ਟਾਈਮ ਹੋ ਗਿਆ, ਹੁਣ ਤਾਂ ਮਿਲੇ ਹੀ ਨਹੀਂ ਕਦੇ। ਅੱਗੇ ਹੈਗਾ ਬੇਟਾ ਈਨ ਮੰਨਣੀ। ਈਨ ਮੰਨਣੀ, ਉੱਪਰ ਈ ਦਾ ਥੱਲੇ ਈਨ ਆ, ਨੰਨਾ। ਈਨ ਮੰਨਣੀ, ਇਹਦਾ ਅਰਥ ਹੁੰਦਾ ਹੈ ਹਾਰ ਮੰਨਣੀ। ਹਰਨਾਕਸ਼ ਦੇ ਆਪਣੇ ਪੁੱਤਰ ਪ੍ਰਹਿਲਾਦ ਨੇ ਉਸ ਦੀ ਈਨ ਨਾ ਮੰਨੀ। ਈਨ ਨਾ ਮੰਨਣੀ ਤੋਂ ਭਾਵ ਬੇਟਾ ਕੀ ਸੀ, ਹਰਨਾਕਸ਼ ਜਿਹੜਾ ਉਹ ਪ੍ਰਹਿਲਾਦ ਨੂੰ ਕਹਿੰਦਾ ਐਂ ਕਹਿ ਕੇ ਹਰਨਾਕਸ਼ ਰੱਬ ਹੈ, ਅਤੇ ਪ੍ਰਹਿਲਾਦ ਕਹਿੰਦਾ ਸੀ ਵੀ ਜਿਹਨੇ ਤੈਨੂੰ ਬਣਾਇਆ ਮੈਂ ਉਸ ਰੱਬ ਨੂੰ ਮੰਨਦਾ, ਤੈਨੂੰ ਬਣਾਉਣ ਵਾਲੇ ਨੂੰ ਮੈਂ ਮੰਨਦਾ ਵੀ ਤੂੰ ਜਿਹਨੇ ਤੈਨੂੰ ਅਤੇ ਮੈਨੂੰ ਬਣਾਇਆ ਮੈਂ ਤਾਂ ਉਹਨੂੰ ਮੰਨਦਾ, ਪਰਮਾਤਮਾ ਹੋਰ ਆ, ਮੈਂ ਤੈਨੂੰ ਪਰਮਾਤਮਾ ਨਹੀਂ ਕਹਿੰਦਾ। ਉਹਨੇ ਹਾਰ ਨਹੀਂ ਮੰਨੀ, ਭਾਵ ਈਨ ਨਹੀਂ ਮੰਨੀ। ਉਹ ਇੱਕ ਹੋਰ ਪਰਮਾਤਮਾ ਦੇ ਵਿੱਚ ਬਿਲੀਵ ਕਰਦਾ ਸੀ ਜਿਹਨੇ ਸਾਰੀ ਦੁਨੀਆ ਬਣਾਈ ਆ। ਹਰਨਾਕਸ਼ ਕਹਿੰਦਾ ਜੀ ਤੂੰ ਮੈਨੂੰ ਪਰਮਾਤਮਾ ਕਹੇ। ਸੋ ਬੇਟਾ ਈਨ ਨਾ ਮੰਨਣੀ ਤੋਂ ਭਾਵ ਹੁੰਦਾ ਹਾਰ ਮੰਨਣੀ। ਹਰਨਾਕਸ਼ ਨੇ ਆਪਣੇ ਪੁੱਤਰ ਪ੍ਰਹਿਲਾਦ, ਹਰਨਾਕਸ਼ ਦੇ ਆਪਣੇ ਪੁੱਤਰ ਪ੍ਰਹਿਲਾਦ ਨੇ ਉਸ ਦੀ ਈਨ ਨਾ ਮੰਨੀ, ਉਸ ਤੋਂ ਹਾਰ ਨਹੀਂ ਸੀ ਮੰਨੀ ਬੇਟਾ। 26 ਸੱਤੀ ਕੱਪੜੀ ਅੱਗ ਲੱਗਣੀ। ਜਿਵੇਂ ਤੁਹਾਡੇ 7 ਤਰ੍ਹਾਂ ਦੇ ਕੱਪੜੇ ਪਏ ਨੇ ਉਹਨਾਂ ਨੂੰ ਅੱਗ ਲੱਗਣੀ। ਮਾਵ ਇਹਦਾ ਅਰਥ ਜਿਹੜਾ ਸਾਨੂੰ ਸਾਡੇ ਵਿਦਵਾਨਾਂ ਨੇ ਦਿੱਤਾ ਉਹ ਹੈ ਕਿ ਬਹੁਤ ਗੁੱਸੇ ਵਿੱਚ ਹੋਣਾ। ਸੱਤੀ ਕੱਪੜੀ ਅੱਗ ਲੱਗਣੀ ਦਾ ਭਾਵ ਬਹੁਤ ਗੁੱਸੇ ਵਿੱਚ ਹੋਣਾ।
ਆਪਣੀ ਬੁਰਾਈ ਸੁਣਦਿਆਂ ਹੀ ਉਸ ਦੇ ਸੱਤੀ ਕੱਪੜੀ ਅੱਗ ਲੱਗ ਗਈ। ਬੁਰਾਈ ਹੁੰਦੀ ਹੈ ਬੇਟਾ ਕਿਸੇ ਬਾਰੇ, ਜਦੋਂ ਆਪਾਂ ਬੁਰਾ ਪ੍ਰਚਾਰ ਕਰਦੇ ਹਾਂ ਜਾਂ ਕੋਈ ਬੰਦਾ ਸੁਣਦਾ ਕਿ ਮੇਰਾ, ਹਰੇਕ ਬੰਦੇ 'ਚ ਬੇਟਾ ਚੰਗੇ ਅਤੇ ਮਾੜੇ ਦੋ ਗੁਣ ਹੁੰਦੇ ਨੇ, ਮਾੜਾ ਵੀ ਇੱਕ ਉਹਦੀ ਪਹਿਚਾਣ ਹੁੰਦਾ। ਸੋ ਜਦੋਂ ਅਸੀਂ ਕਿਸੇ ਬੰਦੇ ਬਾਰੇ ਕੋਈ ਬੁਰਾਈ ਕਰਦੇ ਹਾਂ, ਹਰੇਕ ਬੰਦਾ ਆਪਣੀ ਬੁਰਾਈ ਸੁਣ ਕੇ ਦੁਖੀ ਹੁੰਦਾ। ਜੇ ਅਸੀਂ ਕਹੀਏ ਕਿ ਆਪਣੀ ਬੁਰਾਈ ਸੁਣਦਿਆਂ ਹੀ ਸਾਡੇ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ। ਹੁਣ ਇੱਥੇ ਉਸ ਦੇ ਕਿਹਾ, ਮਤਲਬ ਕਿਸੇ ਵਿਅਕਤੀ ਦੀ ਗੱਲ ਕਰੀਏ। ਰਾਮ ਦੇ ਸ਼ਾਮ ਕੋਲੋਂ ਆਪਣੀ ਬੁਰਾਈ ਸੁਣਦਿਆਂ ਸਾਰ ਹੀ ਸੱਤੀ ਕੱਪੜੀ ਅੱਗ ਲੱਗ ਗਈ। ਅੱਗੇ ਹੈਗਾ ਬੇਟਾ ਸਰ ਕਰਨਾ। ਸਰ ਕਰਨਾ, ਸਰ ਕਰਨ ਤੋਂ ਭਾਵ ਹੁੰਦਾ ਜਿੱਤ ਲੈਣਾ। ਤੁਸੀਂ ਜੋ ਯਾਦ ਕਰਨਾ ਬੇਟਾ, ਤੁਹਾਨੂੰ ਸਰ ਕਰਨਾ ਤਾਂ ਅਸੀਂ ਬਲੈਕ ਬੋਰਡ 'ਤੇ ਲਿਖਾਂਗੇ, ਤੁਸੀਂ ਯਾਦ ਕੀ ਕਰਨਾ ਵੀ ਸਰ ਕਰਨ ਦਾ ਮਤਲਬ ਕੀ ਹੁੰਦਾ? ਜਿੱਤ ਲੈਣਾ। ਹਰੀ ਸਿੰਘ ਨਲੂਏ ਨੇ ਜਦੋਂ ਜਮਰੌਦ ਦਾ ਕਿਲ੍ਹਾ ਸਰ ਕਰ ਲਿਆ ਤਾਂ ਮਹਾਰਾਜਾ ਰਣਜੀਤ ਸਿੰਘ ਉਸ ਦੇ ਬਹੁਤ ਖੁਸ਼ ਹੋਏ, ਉਸ 'ਤੇ ਬਹੁਤ ਖੁਸ਼ ਹੋਏ। ਜਾਂ ਅਸੀਂ ਕਹੀਏ ਬੇਟਾ ਕਿ ਲੰਮੇ ਪੈਂਡੇ ਬਾਅਦ ਭਾਰਤੀ ਟੀਮ ਨੇ ਹਾਕੀ ਕੱਪ ਸਰ ਕਰ ਲਿਆ, ਹਾਕੀ ਕੱਪ ਜਿੱਤ ਲਿਆ। ਅੱਗੇ ਹੈਗਾ ਬੇਟਾ 28 ਨੰਬਰ ਸਾਹ ਸੁੱਕਣਾ। ਸਾਹ ਸੁੱਕਣੇ ਤੋਂ ਅਰਥ ਕੀ ਹੈ, ਕੀ ਭਾਵ ਹੈ? ਡਰ ਜਾਣਾ। ਬਿਨਾਂ ਹੈਲਮਟ ਤੋਂ ਮੋਟਰਸਾਈਕਲ ਚਲਾਉਂਦਿਆਂ ਪੁਲਿਸ ਨਾਕਾ ਵੇਖ ਕੇ ਰਮੇਸ਼ ਦੇ ਸਾਹ ਸੁੱਕ ਗਏ। ਸਾਡੇ ਵਿਹੜੇ ਵਿੱਚ ਰਾਤੀ ਅਚਾਨਕ ਇੱਕ ਵੱਡਾ ਸੱਪ ਆ ਗਿਆ, ਉਸ ਨੂੰ ਵੇਖਦਿਆਂ ਹੀ ਮੇਰੇ ਸਾਹ ਸੁੱਕ ਗਏ। ਇਸ ਤਰ੍ਹਾਂ ਵੀ ਬੇਟਾ ਅਸੀਂ ਬਣਾ ਸਕਦੇ ਹਾਂ। ਅੱਗੇ ਹੈਗਾ 29 ਸਿਰ ਫੇਰਨਾ। ਸਿਰ ਫੇਰਨੇ ਤੋਂ ਭਾਵ ਹੁੰਦਾ ਬੇਟਾ ਇਨਕਾਰ ਕਰਨਾ। ਸਿਰ ਫੇਰਨਾ, ਇਨਕਾਰ ਕਰਨਾ। ਜਦੋਂ ਮੈਂ ਲੋੜ ਪੈਣ 'ਤੇ ਨਿਤਾਸ਼ਾ ਤੋਂ ਪੈਸੇ ਮੰਗੇ ਤਾਂ ਉਸਨੇ ਸਿਰ ਫੇਰ ਦਿੱਤਾ। ਹੁਣ ਤੁਸੀਂ ਮੰਨ ਲਓ ਕਿਸੇ ਤੋਂ ਕਿਹਾ ਕਿ ਭਾਈ ਮੈਨੂੰ ਹੈਲਪ ਦੀ ਲੋੜ ਆ, 2000 500 100 ਜਾਂ 50 ਰੁਪਏ ਮੰਗੋ, ਅਤੇ ਦੂਸਰਾ ਐਂ ਸਿਰ ਹਿਲਾ ਦੇ, ਤਾਂ ਤੁਸੀਂ ਕਹੋਗੇ ਵੀ ਉਹਨੇ ਭਾਈ ਮੇਰੇ ਤੋਂ ਤਾਂ ਸਿਰ ਫੇਰ ਲਿਆ, ਇਨਕਾਰ ਕਰਤਾ, ਨਾ ਕਰ ਦਿੱਤੀ। ਅੱਗੇ ਹੈਗਾ ਬੇਟਾ 30 ਨੰਬਰ ਸਿਰ ਪੈਰ ਨਾ ਹੋਣਾ। ਬਿਲਕੁਲ ਝੂਠ। ਕਮਲੇਸ਼ ਦੀ ਗੱਲ ਸਮਝ ਨਹੀਂ ਆਉਂਦੀ ਕਿਉਂਕਿ ਉਸ ਦੀ ਗੱਲ ਦਾ ਕੋਈ ਸਿਰ ਪੈਰ ਹੀ ਨਹੀਂ ਹੁੰਦਾ। ਸਿਰ ਪੈਰ ਨਾ ਹੋਣ ਦਾ ਅਰਥ ਬੇਟਾ ਪਤਾ ਕੀ ਹੁੰਦਾ? ਬਿਲਕੁਲ ਝੂਠ ਬੋਲਣਾ। ਅਸੀਂ ਕਿਹਾ ਵੀ ਸ਼ਾਮ ਦੀ ਗੱਲ 'ਤੇ ਕੋਈ ਯਕੀਨ ਨਹੀਂ ਕਰਦਾ ਕਿਉਂਕਿ ਉਸ ਦੀ ਗੱਲ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਮਤਲਬ ਕਿ ਉਹ ਝੂਠ ਬੋਲਦਾ। ਜੇ ਅਸੀਂ ਕਹੀਏ ਭਾਈ ਸਿਰ ਪੈਰ ਨਾ ਹੋਣ ਵਾਲੀ ਗੱਲ ਕਿਸੇ ਦੇ ਹਜ਼ਮ ਨਹੀਂ ਆਉਂਦੀ, ਮਤਲਬ ਕੋਈ ਉਹ 'ਤੇ ਅਸਰ ਨਹੀਂ ਕਰਦਾ। ਅੱਗੇ ਹੈਗਾ ਬੇਟਾ 31 ਨੰਬਰ ਸਿਰ 'ਤੇ ਪੈਣੀ। ਸਿਰ 'ਤੇ ਪੈਣੀ ਤੋਂ ਭਾਵ ਹੁੰਦਾ ਔਕੜ ਆ ਪੈਣੀ, ਮੁਸੀਬਤ ਆ ਜਾਣੀ। ਪਿਤਾ ਦੀ ਮੌਤ ਤੋਂ ਬਾਅਦ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਵਿਚਾਰੇ ਰਾਮ ਦੇ ਸਿਰ ਉੱਤੇ ਪੈ ਗਈ। ਹੁਣ ਇੱਥੇ ਬੇਟਾ ਸਤੀਸ਼ ਲਿਖਿਆ ਹੋਇਆ, ਗੁਰਪ੍ਰੀਤ, ਹਰਪ੍ਰੀਤ, ਮਨਪ੍ਰੀਤ, ਜੋ ਤੁਸੀਂ ਨਾਮ ਲਿਖਣਾ ਬੇਟਾ ਉਹ ਲਿਖ ਸਕਦੇ ਹੋ। ਮਤਲਬ ਮੰਨ ਲਓ ਇੱਕ ਪਰਿਵਾਰ ਆ ਬੇਟਾ, ਉਹਦੇ ਵਿੱਚ 5 ਮੈਂਬਰ ਨੇ। ਉਸ ਪਰਿਵਾਰ ਦਾ ਜਿਹੜਾ ਪਿਤਾ ਬੇਟਾ ਉਹਦੀ ਮੌਤ ਹੋ ਜਾਂਦੀ ਆ, ਫਿਰ ਜਿਹੜਾ ਉਸ ਘਰ ਦਾ ਵੱਡਾ ਮੁੰਡਾ ਹੁੰਦਾ ਉਹ ਸਾਰੀ ਜ਼ਿੰਮੇਵਾਰੀ ਉਹਦੇ ਸਿਰ 'ਤੇ ਪੈ ਜਾਂਦੀ ਆ। ਜੋ ਕੰਮ ਪਿਤਾ ਕਰਦਾ ਫਿਰ ਉਹ ਕੰਮ ਉਸ ਘਰ ਦੇ ਮੁੰਡੇ ਨੂੰ ਕਰਨੇ ਪੈਂਦੇ ਨੇ ਬੇਟਾ। ਉਹ ਚੀਜ਼ ਇੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਹੈਗਾ ਜੀ ਹੱਥ ਪੈਰ ਮਾਰਨਾ। ਹੱਥ ਪੈਰ ਮਾਰਨਾ ਤੋਂ ਭਾਵ ਹੁੰਦਾ ਕੋਸ਼ਿਸ਼ ਕਰਨਾ, ਟਰਾਈ ਕਰਨੀ, ਭੱਜੇ ਫਿਰਨਾ। ਨਰੇਸ਼ ਨੇ ਨੌਕਰੀ ਲੈਣ ਲਈ ਬਹੁਤ ਹੱਥ ਪੈਰ ਮਾਰੇ ਪਰ ਉਸ ਨੂੰ ਕਿਤੇ ਵੀ ਨੌਕਰੀ ਨਾ ਮਿਲੀ। ਕੋਸ਼ਿਸ਼ ਕਰਨੀ। ਜੇ ਅਸੀਂ ਕਹੀਏ ਬੇਟਾ ਅੱਜ ਕੱਲ੍ਹ ਹਰ ਇੱਕ ਪੜ੍ਹਿਆ ਲਿਖਿਆ ਬੰਦਾ ਨੌਕਰੀ ਪ੍ਰਾਪਤ ਕਰਨ ਲਈ ਹੱਥ ਪੈਰ ਮਾਰ ਰਿਹਾ ਹੈ। ਇਹਦੇ ਉੱਪਰਲਾ ਬੇਟਾ ਆਪਾਂ ਤੋਂ ਮਿਸ ਹੋ ਗਿਆ ਸੀ, ਸਿਰ ਧੜ ਦੀ ਬਾਜੀ ਲਾਉਣਾ। 32 ਨੰਬਰ ਮੁਹਾਵਰਾ ਸਿਰ ਧੜ ਦੀ ਬਾਜੀ ਲਾਉਣਾ ਦਾ ਅਰਥ ਹੁੰਦਾ ਹੈ ਮਰਨ ਲਈ ਤਿਆਰ ਹੋਣਾ। ਪੰਜਾਬ ਹੋਣ ਜਾਂ ਮਰਹੱਟੇ ਜਾਂ ਰਾਜਪੂਤ ਦੁਸ਼ਮਣ ਨਾਲ ਸਿਰ ਧੜ ਦੀ ਬਾਜੀ ਲਾ ਕੇ ਲੜਦੇ ਹਨ। ਜੇ ਅਸੀਂ ਕਹੀਏ ਸਾਡੇ ਸਾਰੇ ਪੰਜਾਬੀ ਸਿਪਾਹੀ ਜੋ ਬਾਰਡਰਾਂ 'ਤੇ ਖੜ੍ਹੇ ਹਨ ਉਹ ਦੇਸ਼ ਦੀ ਰੱਖਿਆ ਲਈ ਸਿਰ ਧੜ ਦੀ ਬਾਜੀ ਲਾਉਂਦੇ ਹਨ। ਸਾਡੇ ਸਰਹੱਦਾਂ ਉੱਤੇ ਤਾਇਨਾਤ ਫੌਜੀ ਸਿਰ ਧੜ ਦੀ ਬਾਜੀ ਲਾ ਕੇ ਆਪਣੇ ਦੇਸ਼ ਦੀ ਰੱਖਿਆ ਕਰਦੇ ਹਨ। ਇਸ ਤਰ੍ਹਾਂ ਵੀ ਬੇਟਾ ਵਾਕ ਬਣਾ ਸਕਦੇ ਹਾਂ। ਅੱਗੇ ਹੈਗਾ 34 ਨੰਬਰ ਹਰਨ ਹੋ ਜਾਣਾ। ਇਹਦਾ ਅਰਥ ਹੁੰਦਾ ਦੌੜ ਜਾਣਾ। ਪੁਲਿਸ ਨੂੰ ਦੇਖ ਕੇ ਚੋਰ ਹਰਨ ਹੋ ਗਿਆ।
35 ਨੰਬਰ ਹੈ ਹੱਥ ਅੱਡਣਾ। ਇਹਦਾ ਅਰਥ ਹੁੰਦਾ ਮੰਗਣਾ। ਅਣਖੀਲਾ ਇਨਸਾਨ ਕਦੇ ਕਿਸੇ ਅੱਗੇ ਹੱਥ ਨਹੀਂ ਅੱਡਦਾ। ਜਿਸ ਬੰਦੇ 'ਚ ਅਣਖ ਆ ਉਹ ਕਦੇ ਹੱਥ ਨਹੀਂ ਅੱਡਦਾ, ਭੀਖ ਨਹੀਂ ਮੰਗਦਾ। 36 ਨੰਬਰ ਹੈਗਾ ਬੇਟਾ ਹੱਥ ਵਟਾਉਣਾ। ਹੱਥ ਵਟਾਉਣ ਦਾ ਭਾਵ ਹੁੰਦਾ ਮਦਦ ਕਰਨਾ। ਸਕੂਲੋਂ ਜਾ ਕੇ ਰਮੇਸ਼ ਦੁਕਾਨ 'ਤੇ ਆਪਣੇ ਪਿਤਾ ਜੀ ਨਾਲ ਹੱਥ ਵਟਾਉਂਦਾ ਹੈ। ਹੁਣ ਇੱਕ ਲੜਕਾ ਹੈ ਕੋਈ, ਹੱਥ ਵਟਾਉਣ ਦਾ ਭਾਵ ਹੁੰਦਾ ਹੈਲਪ ਕਰਨੀ। ਸਕੂਲੋਂ ਜਾ ਕੇ ਰਮੇਸ਼ ਦੁਕਾਨ 'ਤੇ ਆਪਣੇ ਪਿਤਾ ਜੀ ਨਾਲ ਹੱਥ ਵਟਾਉਂਦਾ ਹੈ। 37 ਨੰਬਰ ਹੈਗਾ ਬੇਟਾ ਹੱਥੀਂ ਛਾਵਾਂ ਕਰਨੀਆਂ। ਆਸ਼ੀਰਵਾਦ ਦੇਣਾ। ਆਸ਼ੀਰਵਾਦ ਦੇਣਾ ਬੇਟਾ ਇਹਦਾ ਅਰਥ ਹੈ ਸਾਡੇ ਸਮਾਜ ਵਿੱਚ ਸੱਸਾਂ ਆਪਣੇ ਜਵਾਈਆਂ ਨੂੰ ਹੱਥੀਂ ਛਾਵਾਂ ਕਰਦੀਆਂ ਹਨ। ਹੁਣ ਬੇਟਾ ਜੇ ਕਹਿਣਾ ਹੋਵੇ ਹਰ ਮਾਂ ਆਪਣੇ ਬੱਚੇ ਨੂੰ ਹੱਥੀਂ ਛਾਵਾਂ ਕਰਦੀ ਹੈ, ਜਾਂ ਹਰੇਕ ਮਾਵਾਂ ਦੇ ਦਿਲ ਵਿੱਚ ਆਪਣੇ ਬੱਚਿਆਂ ਨੂੰ ਹੱਥੀਂ ਛਾਵਾਂ ਕਰਨ ਦਾ ਚਾਅ ਹੁੰਦਾ ਹੈ, ਜਾਂ ਮਾਵਾਂ ਆਪਣੇ ਬੱਚਿਆਂ ਨੂੰ ਹੱਥੀਂ ਛਾਵਾਂ ਕਰਦੀਆਂ ਹਨ। ਕੁਛ ਵੀ ਲਿਖ ਸਕਦੇ ਹੋ ਬੇਟਾ, ਤੁਸੀਂ ਆਪਣੇ ਕੋਲ ਵੀ ਵਾਕ ਬਣਾ ਸਕਦੇ ਹੋ। ਹੱਥ ਤੰਗ ਹੋਣਾ। ਹੱਥ ਤੰਗ ਹੋਣ ਤੋਂ ਭਾਵ ਹੁੰਦਾ ਬੇਟਾ ਗਰੀਬੀ ਹੋਣੀ। ਮਹਿੰਗਾਈ ਕਾਰਨ ਚੰਗੀ ਤਨਖਾਹ ਲੈਣ ਵਾਲਿਆਂ ਦਾ ਵੀ ਹੱਥ ਤੰਗ ਹੀ ਰਹਿੰਦਾ ਹੈ। ਜਾਂ ਅਸੀਂ ਕੀ ਕਰੋਨਾ ਕਾਲ ਦੌਰਾਨ ਹਰ ਇੱਕ ਬੰਦੇ ਦਾ ਹੱਥ ਤੰਗ ਹੋ ਗਿਆ ਸੀ। ਅੱਗੇ ਹੈਗਾ ਬੇਟਾ ਹੱਥਾਂ ਨਾਲ ਸੰਬੰਧਿਤ ਭਾਗ ਹੱਥ ਪੀਲੇ ਕਰਨਾ। ਇਹਦਾ ਮਤਲਬ ਹੁੰਦਾ ਹੈ ਵਿਆਹ ਕਰਨਾ। ਸ਼ਾਮ ਲਾਲ ਨੂੰ ਆਪਣੀ ਧੀ ਦੇ ਹੱਥ ਪੀਲੇ ਕਰਨ ਦੀ ਚਿੰਤਾ ਲੱਗੀ ਰਹਿੰਦੀ ਹੈ। ਹਰੇਕ ਪਿਤਾ ਆਪਣੀ ਧੀ ਦੇ ਹੱਥ ਪੀਲੇ ਕਰਦਾ ਹੈ। ਵਿਆਹ ਕਰਨਾ ਹੁੰਦਾ ਬੇਟਾ ਹੱਥ ਪੀਲੇ ਕਰਨਾ। 40 ਨੰਬਰ ਹੈਗਾ ਬੇਟਾ ਕੰਨ ਕੁਤਰਨੇ, ਠੱਗ ਲੈਣਾ। ਚਲਾਕ ਲੋਕ ਵੱਡਿਆਂ ਵੱਡਿਆਂ ਦੇ ਕੰਨ ਕੁਤਰਦੇ ਹਨ। ਟਰੈਵਲ ਏਜੰਟ ਅੱਜ ਕੱਲ੍ਹ ਭੋਲੇ ਭਾਲੇ ਲੋਕਾਂ ਦੇ ਕੰਨ ਕੁਤਰਦੇ ਹਨ, ਜਾਂ ਚਲਾਕ ਦੁਕਾਨਦਾਰ ਭੋਲੇ ਭਾਲੇ ਗ੍ਰਾਹਕਾਂ ਦੇ ਕੰਨ ਕੁਤਰਦੇ ਹਨ। ਮੇਲੇ ਵਿੱਚ ਹਰੇਕ ਦੁਕਾਨਦਾਰ ਭੋਲੇ ਭਾਲੇ ਗਾਹਕਾਂ ਦੇ ਕੰਨ ਕੁਤਰਦਾ ਹੈ, ਠੱਗਦੇ ਨੇ। ਅੱਗੇ ਹੈਗਾ ਬੇਟਾ 41 ਨੰਬਰ ਕਿ ਕੰਨਾਂ ਨੂੰ ਹੱਥ ਲਾਉਣਾ, ਤੌਬਾ ਕਰਨੀ। ਕੰਨਾਂ ਨੂੰ ਹੱਥ ਲਾਉਣਾ, ਤੌਬਾ ਕਰਨੀ। ਜਗਸੀਰ ਨੇ ਜਦੋਂ ਸ਼ਰਾਬ ਨਾ ਪੀਣ ਤੋਂ ਕੰਨਾਂ ਨੂੰ ਹੱਥ ਲਾ ਲਏ ਤਾਂ ਪਰਿਵਾਰ ਨੇ ਸ਼ੁਕਰ ਮਨਾਇਆ। ਤੌਬਾ ਕਰਨੀ। ਸਾਨੂੰ ਨਸ਼ਿਆਂ ਤੋਂ ਤੌਬਾ ਕਰਨੀ ਚਾਹੀਦੀ ਹੈ। ਹਰ ਇਨਸਾਨ ਨੂੰ ਨਸ਼ਿਆਂ ਤੋਂ ਤੌਬਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਵੀ ਵਾਕ ਬਣਾ ਸਕਦੇ ਹਾਂ। ਅੱਗੇ ਹੈਗਾ ਬੇਟਾ ਕਲਮ ਦਾ ਧਨੀ। ਕਲਮ ਦੇ ਧਨੀ ਤੋਂ ਭਾਵ ਹੁੰਦਾ ਸਫਲ ਲੇਖਕ, ਜਿਹਦੀ ਅਸੀਂ ਕਹੀਏ ਕਿ ਬਹੁਤ ਵਧੀਆ ਇਨਸਾਨ ਹੋਵੇ, ਜਿਹੜਾ ਬਹੁਤ ਵਧੀਆ ਲਿਖਤ ਲਿਖਦਾ ਹੋਵੇ। ਭਾਈ ਵੀਰ ਸਿੰਘ ਜੀ ਕਲਮ ਦੇ ਧਨੀ ਸਨ। ਉਹਨਾਂ ਦੀ ਜਿਹੜੀ ਰਚਨਾ ਲਿਖਦੇ ਸੀ, ਸਾਹਿਤ ਲਿਖਦੇ ਸੀ, ਜੋ ਉਹ ਕਾਵਿ ਰਚਨਾ ਕਰਦੇ ਸੀ, ਉਹਦੇ ਵਿੱਚ ਉਹ ਕਲਮ ਦੇ ਧਨੀ ਸਨ। 43 ਨੰਬਰ ਹੈਗਾ ਬੇਟਾ ਕੰਨਾਂ 'ਤੇ ਜੂੰ ਨਾ ਸਰਕਣੀ। ਆਪਾਂ ਕਹਿੰਦੇ ਨਾ ਕਈ ਵਾਰੀ ਕਿਸੇ ਬੱਚੇ ਨੂੰ ਵੀ ਭਾਈ ਸੁਧਰ ਜਾ ਸੁਧਰ ਜਾ, ਉੱਤੇ ਕੋਈ ਅਸਰ ਨਹੀਂ ਹੁੰਦਾ। ਉਦੋਂ ਅਸੀਂ ਇਹ ਮੁਹਾਵਰਾ ਉਸ ਬੱਚੇ ਲਈ ਵਰਤਦੇ ਹਾਂ, ਉਸ ਵਿਅਕਤੀ ਲਈ ਵਰਤਦੇ ਹਾਂ। ਕੰਨ 'ਤੇ ਜੂੰ ਨਾ ਸਰਕਣੀ ਤੋਂ ਭਾਵ ਹੁੰਦਾ ਕੋਈ ਅਸਰ ਨਾ ਹੋਣਾ। ਸਮੀਰ ਦੀ ਮਾਂ ਨੇ ਉਸ ਨੂੰ ਬੁਰੀ ਸੰਗਤ ਕਰਨ ਤੋਂ ਰੋਕਿਆ, ਪਰ ਉਸ ਦੇ ਕੰਨ 'ਤੇ ਜੂੰ ਨਾ ਸਰਕੀ। ਅਕਸਰ ਸ਼ਰਾਰਤੀ ਵਿਦਿਆਰਥੀਆਂ ਨੂੰ ਅਧਿਆਪਕ ਕਲਾਸ ਵਿੱਚ ਬਹੁਤ ਸਮਝਾਉਂਦੇ ਹਨ, ਪਰ ਉਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ, ਉਹਨਾਂ 'ਤੇ ਕੋਈ ਅਸਰ ਨਹੀਂ ਹੁੰਦਾ। ਅੱਗੇ ਹੈਗਾ ਬੇਟਾ 44 ਕੰਨੀ ਕਤਰਾਉਣਾ, ਜੀ ਚਰਾਉਣਾ। ਕੰਨੀ ਕਤਰਾਉਣ ਤੋਂ ਭਾਵ ਹੁੰਦਾ ਜੀ ਚਰਾਉਣਾ। ਜੇ ਸਫਲਤਾ ਹਾਸਲ ਕਰਨੀ ਹੈ ਤਾਂ ਮਿਹਨਤ ਤੋਂ ਕੰਨੀ ਨਹੀਂ ਕਤਰਾਉਣੀ ਚਾਹੀਦੀ, ਸਾਈਡ 'ਤੇ ਨਹੀਂ ਹੋਣਾ ਚਾਹੀਦਾ, ਪਾਸਾ ਨਹੀਂ ਵੱਟਣਾ ਚਾਹੀਦਾ। ਜੋ ਬੰਦੇ ਮਿਹਨਤ ਤੋਂ ਕੰਨੀ ਕਤਰਾਉਂਦੇ ਹਨ ਉਹ ਹਮੇਸ਼ਾ ਅਸਫਲਤਾ ਦਾ ਮੂੰਹ ਵੇਖਦੇ ਹਨ। ਅੱਗੇ ਹੈਗਾ ਬੇਟਾ ਖੁੰਬ ਠੱਪਣੀ, ਬਹੁਤ ਕੁੱਟਣਾ ਜਾਂ ਚੰਗੀ ਤਰ੍ਹਾਂ ਨਿਪਟਣਾ। ਲੋਕਾਂ ਨੂੰ ਲਾਰੇ ਲਾ ਕੇ ਵੋਟਾਂ ਮੰਗਣ ਵਾਲਿਆਂ ਦੀ ਲੋਕਾਂ ਨੇ ਭੇਦ ਖੋਲ੍ਹ ਕੇ ਭਰੇ ਜਲਸੇ ਵਿੱਚ ਖੁੰਬ ਠੱਪ ਦਿੱਤੀ। ਜਾਂ ਜਦੋਂ ਸਾਡੇ ਮੁਹੱਲੇ ਵਿੱਚ ਇੱਕ ਚੋਰ ਚੋਰੀ ਕਰਦਾ ਫੜਿਆ ਗਿਆ ਤਾਂ ਮੁਹੱਲੇ ਵਾਲਿਆਂ ਨੇ ਉਸ ਦੀ ਖੂਬ ਖੁੰਬ ਠੱਪੀ, ਉਹਨੂੰ ਖੂਬ ਕੁੱਟਿਆ। ਅੱਗੇ ਹੈਗਾ 46 ਬੇਟਾ ਖੂਨ ਖੌਲਣਾ, ਗੁੱਸਾ ਆਉਣਾ। ਬੇਇਨਸਾਫੀ ਹੁੰਦਾ ਜਾਂ ਹੁੰਦੀ ਵੇਖ ਮੇਰਾ ਖੂਨ ਖੌਲ ਉੱਠਦਾ ਹੈ।
ਜਿਵੇਂ ਅਸੀਂ ਕਹੀਏ ਵੀ ਜੇ ਕਿਸੇ ਨਾਲ ਭਾਈ ਧੱਕਾ ਹੋਵੇ, ਬੇਇਨਸਾਫੀ ਹੋਵੇ, ਉਹ ਦੇਖ ਕੇ ਮੇਰਾ ਤਾਂ ਖੂਨ ਖੌਲ ਉੱਠਦਾ ਹੈ। ਅੱਗੇ ਹੈਗਾ ਬੇਟਾ 47 ਖਿਚੜੀ ਪਕਾਉਣੀ। ਖਿਚੜੀ ਤੁਸੀਂ ਕਹੋਗੇ ਜਿਹੜੀ ਖਾਂਦੇ ਹੋ ਉਹ ਨਹੀਂ, ਇਹਦਾ ਅਰਥ ਹੋਰ ਹੈ। ਖਿਚੜੀ ਪਕਾਉਣੀ ਦਾ ਭਾਵ ਹੁੰਦਾ ਸਲਾਹਾਂ ਕਰਨੀਆਂ। ਸੀਤਾ ਅਤੇ ਗੀਤਾ ਸੁਨੀਤਾ ਦੇ ਖਿਲਾਫ ਹਰ ਵੇਲੇ ਪਤਾ ਨਹੀਂ ਕੀ ਖਿਚੜੀ ਪਕਾਉਂਦੀਆਂ ਰਹਿੰਦੀਆਂ ਹਨ। ਜਿਵੇਂ ਕਲਾਸ ਦੇ ਵਿੱਚ ਦੋ ਕੁੜੀਆਂ ਬੈਠੀਆਂ ਨੇ, ਉਹਨਾਂ ਦਾ ਨਾਮ ਇੱਕ ਦਾ ਸੀਤਾ, ਇੱਕ ਦਾ ਗੀਤਾ। ਇੱਕ ਦੇਖਣ ਵਾਲਾ ਬੱਚਾ ਇੱਕ ਵਾਕ ਲਿਖਦਾ, ਕਹਿੰਦਾ ਸੀਤਾ ਅਤੇ ਗੀਤਾ ਸੁਨੀਤਾ ਦੇ ਖਿਲਾਫ, ਮਤਲਬ ਇੱਕ ਉਹਨਾਂ ਦੀ ਹੋਰ ਸਹੇਲੀ ਆ ਸੁਨੀਤਾ, ਸੁਨੀਤਾ ਦੇ ਖਿਲਾਫ ਹਰ ਵੇਲੇ ਕਹਿੰਦਾ ਪਤਾ ਨਹੀਂ ਕੀ ਖਿਚੜੀ ਪਕਾਉਂਦੀਆਂ ਰਹਿੰਦੀਆਂ ਨੇ, ਵਿੱਚ ਚੁਗਲੀਆਂ ਕਰਦੀਆਂ ਰਹਿੰਦੀਆਂ ਨੇ, ਇੱਕ ਦੂਜੇ ਪ੍ਰਤੀ ਕੋਈ ਸਲਾਹਾਂ ਕਰਦੀਆਂ ਰਹਿੰਦੀਆਂ ਨੇ। ਅਗਲੇ ਹੈਗਾ ਬੇਟਾ ਖੰਡ ਖੀਰ ਹੋਣਾ। ਖੰਡ ਖੀਰ ਹੋਣ ਦਾ ਭਾਵ ਹੁੰਦਾ ਇੱਕ ਮਿੱਕ ਹੋਣਾ। ਜਦੋਂ ਘਰ ਵਿੱਚ ਸੱਸ ਅਤੇ ਨੂੰਹ ਖੰਡ ਖੀਰ ਹੋ ਕੇ ਰਹਿੰਦੀਆਂ ਹਨ ਤਾਂ ਸਭ ਨੂੰ ਚੰਗਾ ਲੱਗਦਾ ਹੈ। ਜੇ ਅਸੀਂ ਕਹੀਏ ਕਿ ਸਾਨੂੰ ਸਾਡੇ ਆਂਢ ਗੁਆਂਢ ਵਿੱਚ ਖੰਡ ਖੀਰ ਹੋ ਕੇ ਰਹਿਣਾ ਚਾਹੀਦਾ ਹੈ, ਸਾਨੂੰ ਸਮਾਜ ਦੇ ਵਿੱਚ ਹਰ ਇੱਕ ਵਿਅਕਤੀ ਨਾਲ ਖੰਡ ਖੀਰ ਹੋ ਕੇ ਰਹਿਣਾ ਚਾਹੀਦਾ ਹੈ, ਸਾਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਖੰਡ ਖੀਰ ਹੋ ਕੇ ਰਹਿਣਾ ਚਾਹੀਦਾ ਹੈ। ਖੇਰੂ ਹੋਣਾ, ਇਹਦਾ ਭਾਵ ਹੁੰਦਾ ਬੇਟਾ ਨਿਖੜ ਜਾਣਾ, ਅਲੱਗ ਹੋ ਜਾਣਾ। 1947 ਦੀ ਲੜਾਈ ਦੇ ਵਿੱਚ ਬਹੁਤ ਸਾਰੇ ਪਰਿਵਾਰ ਇੱਕ ਦੂਜੇ ਤੋਂ ਖੇਰੂ ਹੋ ਗਏ, ਇੱਕ ਦੂਜੇ ਤੋਂ ਅਲੱਗ ਹੋ ਗਏ। ਅਸੀਂ ਕਿਵੇਂ ਪੜ੍ਹਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਬੇਟਾ, ਉਸ ਤੋਂ ਬਾਅਦ ਅੰਦਰੂਨੀ ਸਾਜ਼ਿਸ਼ਾਂ, ਜਿਹੜਾ ਸਿੱਖ ਰਾਜ ਸੀ ਉਹਦੇ ਵਿੱਚ ਅੰਦਰੂਨੀ ਸਾਜ਼ਿਸ਼ਾਂ, ਜਿਹੜੀ ਪੋਲੀਟਿਕਸ ਹੁੰਦੀ ਹੈ ਇੱਕ ਦੂਜੇ ਦੇ ਖਿਲਾਫ ਲੜਨਾ ਬੋਲਣਾ, ਅੰਦਰੂਨੀ ਸਾਜ਼ਿਸ਼ਾਂ ਅਤੇ ਅੰਗਰੇਜ਼ਾਂ ਦੀ ਕੁਟਲਨੀਤੀ ਕਾਰਨ ਸਿੱਖ ਰਾਜ ਖੇਰੂ ਹੋ ਗਿਆ। ਅੰਗਰੇਜ਼ਾਂ ਦੀ ਪਲੈਨਿੰਗ ਕਰਕੇ ਅਤੇ ਸਾਡੇ ਸਿੱਖਾਂ ਦੇ ਵਿਚਕਾਰ ਆਪਸੀ ਰੰਜਿਸ਼ਾਂ ਕਰਕੇ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਬੇਟਾ ਮਹਾਰਾਜਾ ਰਣਜੀਤ ਸਿੰਘ ਦੀ, ਉਹਨਾਂ ਦੀ ਮੌਤ ਤੋਂ ਬਾਅਦ ਸਿੱਖ ਰਾਜ ਖੇਰੂ ਹੋ ਗਿਆ, ਭਾਵ ਨਿਖੜ ਗਿਆ। ਜਿਵੇਂ ਆਪਾਂ ਉੱਪਰ ਪੜ੍ਹਿਆ ਬੇਟਾ ਵੀ 1947 ਦੇ ਵਿੱਚ ਬਹੁਤ ਸਾਰੇ ਪਰਿਵਾਰ ਖੇਰੂ ਹੋ ਗਏ, ਇਹ ਵੀ ਤੁਸੀਂ ਲਿਖ ਸਕਦੇ ਹੋ। 50 ਨੰਬਰ ਹੈਗਾ ਬੇਟਾ ਖਾਰ ਖਾਣੀ। ਖਾਰ ਖਾਣੀ ਤੋਂ ਭਾਵ ਹੁੰਦਾ ਈਰਖਾ ਕਰਨੀ। ਕਿਸੇ ਦੀ ਤਰੱਕੀ ਹੁੰਦੀ ਦੇਖ ਕੇ ਸਾਨੂੰ ਖਾਰ ਨਹੀਂ ਖਾਣੀ ਚਾਹੀਦੀ, ਜਾਂ ਸਾਨੂੰ ਕਦੇ ਵੀ ਕਿਸੇ ਦੀ ਤਰੱਕੀ ਦੇਖ ਕੇ ਉਸ 'ਤੇ ਖਾਰ ਨਹੀਂ ਖਾਣੀ ਚਾਹੀਦੀ। ਸੋ ਇਹ ਸਨ ਬੇਟਾ ਤੁਹਾਡੇ 50 ਮੁਹਾਵਰੇ। ਅਤੇ ਹੋਰ ਵਿਆਕਰਨ ਭਾਗ ਨਾਲ ਸੰਬੰਧਿਤ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਬੇਟਾ ਮੁਹਾਵਰੇ ਅਤੇ ਅਖਾਣਾਵਲੀ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ, ਅਤੇ ਹੋਰ ਵਧੇਰੀ ਜਾਣਕਾਰੀ ਲਈ ਹਮੇਸ਼ਾ ਲਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ। ਸੋ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ ਬੇਟਾ। ਥੈਂਕ ਯੂ ਜੀ ਐਂਡ ਸਤਿ ਸ਼੍ਰੀ ਅਕਾਲ।